ਸਤਨਾਮ ਵਾਹਿਗੁਰੂ ਸਾਹਿਬ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਾਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਹਉ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੋ ਸਰਣਾਏ ਜੀਓ। ਮੈਂ ਆਸਾ ਰੱਖੀ ਚਿੱਤ ਮੈਂ ਮੇਰਾ ਸਭੋ ਦੁੱਖ ਗਵਾਏ ਜੀਓ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ ਪਰਤਖ ਗੁਰੂ ਨਿਸਤਾਰੇ। ਸਤਨਾਮ ਵਾਹਿਗੁਰੂ ਸਾਹਿਬ ਜੀ। ਗੌੜੀ ਮਹੱਲਾ ਪਹਿਲਾ। ਹਉ ਮੈਂ ਕਰਤ ਭੇਖੀ ਨਹੀਂ ਜਾਣਿਆ ਗੁਰਮੁਖ ਭਗਤ ਬਿਰਲੇ ਮਨ ਮਾਨਿਆ। ਹਉ ਮੈਂ ਕਰਤ ਭੇਖੀ ਨਹੀਂ ਜਾਣਿਆ ਗੁਰਮੁਖ ਭਗਤ ਬਿਰਲੇ ਮਨ ਮਾਨਿਆ। ਹਉ ਹਉ ਕਰਤ ਨਹੀਂ ਸੱਚ ਪਾਈਐ ਹਉ ਮੈਂ ਜਾਏ ਪਰਮ ਪਦ ਪਾਈਐ। ਰਹਾਉ ਹਉ ਮੈਂ ਕਰ ਰਾਜੇ ਬਹੁ ਧਾਵਹਿ ਹਉ ਮੈਂ ਖਪਹਿ ਜਨਮ ਮਰ ਆਵਹਿ। ਹਉ ਮੈਂ ਨਿਵਰੈ ਗੁਰ ਸ਼ਬਦਿ ਵਿਚਾਰੈ ਚੰਚਲ ਮਤ ਤਿਆਗੈ ਪੰਚ ਸੰਘਾਰੈ। ਅੰਤਰ ਸਾਚ ਸਹਿਜ ਘਰ ਆਵਹਿ ਰਾਜਨ ਜਾਣ ਪਰਮ ਗਤ ਪਾਵਹਿ। ਸੱਚ ਕਰਨੀ ਗੁਰ ਭਰਮ ਚੁਕਾਵੈ ਨਿਰਭਉ ਕੈ ਘਰ ਤਾੜੀ ਲਾਵੈ। ਹਉ ਹਉ ਕਰ ਮਰਨਾ ਕਿਆ ਪਾਵੈ ਪੂਰਾ ਗੁਰ ਭੇਟੇ ਸੋ ਝਗਰ ਚੁਕਾਵੈ। ਜੇਤੀ ਹੈ ਤੇਤੀ ਕਿਹੋ ਨਾਹੀ ਗੁਰਮੁਖ ਗਿਆਨ ਭੇਟ ਗੁਣ ਗਾਹੀ। ਹਉ ਮੈਂ ਬੰਧਨ ਬੰਧ ਪਵਾਵੈ ਨਾਨਕ ਰਾਮ ਭਗਤ ਸੁਖ ਪਾਵੈ। ਹਉ ਮੈਂ ਬੰਧਨ ਬੰਧ ਪਵਾਵੈ ਨਾਨਕ ਰਾਮ ਭਗਤ ਸੁਖ ਪਾਵੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਜੁਗੋ ਜੁਗ ਅਟਲ, ਚਾਬਰ ਤਖਤ ਦੇ ਮਾਲਕ, ਦੋ ਜਹਾਨ ਦੇ ਵਾਲੀ, ਲੋਕ ਪਰਲੋਕ ਦੇ ਰਾਖੇ, ਜਾਹਰਾ ਜਹੂਰ ਹਾਜਰਾ ਹਜੂਰ, ਸਰਬ ਕਲਾ ਭਰਪੂਰ, ਜਾਗਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ ਕਿ ਗੁਰੂ ਨੇ ਬੜੀ ਹੀ ਰਹਿਮਤ ਕਿਰਪਾ ਕੀਤੀ ਹੈ ਸੰਗਤਾਂ ਨੂੰ। ਅੰਮ੍ਰਿਤ ਵੇਲੇ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ੇ ਹਨ। ਆਓ ਅੰਮ੍ਰਿਤ ਵੇਲੇ ਦੀ ਸੰਭਾਲ ਕਰਦੇ ਹੋਏ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਦੀਦਾਰੇ ਕਰਦੇ ਹੋਏ ਗੁਰੂ ਦਰਬਾਰ ਦੇ ਅੰਦਰ ਹਾਜ਼ਰੀਆਂ ਭਰਦੇ ਹੋਏ ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਗੁਰੂ ਦੀ ਬਾਣੀ ਦੀ ਵਿਚਾਰ ਸ਼ਰਵਣ ਕਰਦੇ ਹੋਏ ਆਪਣੇ ਮਨੁੱਖਾ ਜਨਮ ਦੀਆਂ ਘੜੀਆਂ ਨੂੰ ਸਫਲਾ ਕਰਦੇ ਹੋਏ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਨਿੱਘੀ ਗੋਦ ਦਾ ਆਨੰਦ ਮਾਣਦੇ ਹੋਏ ਗੁਰੂ ਨੂੰ ਸੀਸ ਝੁਕਾਉਂਦੇ ਹੋਏ ਅਰਦਾਸਾਂ ਬੇਨਤੀਆਂ ਕਰਦੇ ਹੋਏ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਖਸ਼ੀ ਹੋਈ ਫਤਿਹ ਬੁਲੰਦ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਗੌੜੀ ਅਸ਼ਟਪਦੀਆਂ ਦੇ ਅੰਦਰ ਗੌੜੀ ਰਾਗ ਅਸ਼ਟਪਦੀਆਂ 8 ਪਦਿਆਂ ਵਾਲੇ ਸ਼ਬਦ ਮਹੱਲਾ ਪਹਿਲਾ ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਮੁਖਾਰ ਬਿੰਦ ਤੋਂ ਉਚਾਰਨ ਕੀਤੀ ਹੋਈ ਬਾਣੀ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਬਾਣੀ ਦੁਆਰਾ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਸੰਗਤਾਂ ਨੂੰ ਬਾਣੀ ਦੁਆਰਾ ਸਮਝਾ ਰਹੇ ਹਨ। ਹਉਮੈ ਕਰਤ ਭੇਖੀ ਨਹੀਂ ਜਾਣਿਆ। ਮਹਾਰਾਜ ਜੀ ਕਹਿਣ ਲੱਗੇ ਹਉਮੈ ਕਰਤ ਭੇਖੀ ਨਹੀਂ ਜਾਣਿਆ। ਭੇਖੀ ਭੇਖ ਧਾਰੀਆਂ ਨੇ ਦੇਹ ਦੀ ਅਵਿਦਿਆ ਆਦਿਕ ਦੀ ਹੰਗਤਾ ਮਮਤਾ ਕਰਕੇ ਉਸ ਵਾਹਿਗੁਰੂ ਦੇ ਸਰੂਪ ਨੂੰ ਨਹੀਂ ਜਾਣਨਾ ਕੀਤਾ ਕਿ ਹਉਮੈ ਕਰਤ ਭੇਖੀ ਭੇਖ ਧਾਰਨ ਵਾਲਿਆਂ ਨੇ ਹੰਕਾਰ ਦੇ ਸਹਿਤ ਪਰਮੇਸ਼ਰ ਨੂੰ ਜਾਣਨਾ ਨਹੀਂ ਕੀਤਾ। ਕੋਈ ਬਿਰਲੇ ਕੋਈ ਟਾਵੇਂ ਹੀ ਗੁਰਮੁਖ ਜਨ ਅਧਿਕਾਰੀ ਜਨ ਹਨ ਜਿਨ੍ਹਾਂ ਦਾ ਗੁਰਮੁਖ ਭਗਤ ਬਿਰਲੇ ਮਨ ਮਾਨਿਆ। ਕੋਈ ਟਾਵੇਂ ਬਿਰਲੇ ਅਧਿਕਾਰੀ ਜਨ ਹਨ ਜਿਨ੍ਹਾਂ ਦਾ ਪਰਮੇਸ਼ਰ ਦੀ ਭਗਤੀ ਵਿੱਚ ਮਨ ਹੁੰਦਾ, ਹਿਰਦਾ ਮੰਨ ਗਿਆ ਹੈ। ਹਉਮੈ ਕਰਤ ਭੇਖੀ ਨਹੀਂ ਜਾਣਿਆ ਕਿ ਭੇਖ ਧਾਰਨ ਵਾਲਿਆਂ ਨੇ ਭੇਖ ਧਾਰ ਕੇ ਹੰਕਾਰ ਦੇ ਸਹਿਤ ਹੰਗਤਾ ਮਮਤਾ ਕਰਕੇ ਹੰਕਾਰ ਕਰਕੇ ਉਸ ਵਾਹਿਗੁਰੂ ਦੇ ਸਰੂਪ ਨੂੰ ਨਹੀਂ ਜਾਣਨਾ ਕੀਤਾ ਕਿ ਜਿੱਥੇ ਹੰਕਾਰ ਹੈ ਉੱਥੇ ਨਾਮ ਨਹੀਂ ਟਿਕਦਾ। ਨਾਮ ਤੋਂ ਬਿਨਾਂ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੁੰਦੀ। ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਵਸੈ ਇਕਠਾਏ। ਕਿ ਜਿੱਥੇ ਹੰਕਾਰ ਆ ਗਿਆ ਉੱਥੇ ਪਰਮੇਸ਼ਰ ਦਾ ਵਾਸਾ ਨਹੀਂ ਹੁੰਦਾ, ਨਾਮ ਜਪਿਆ ਨਹੀਂ ਜਾ ਸਕਦਾ, ਹੰਕਾਰ ਦੇ ਵਿੱਚ ਹੀ ਉਲਝ ਜਾਂਦਾ ਹੈ। ਇੱਥੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਹਿਣਾ ਕੀਤਾ ਹੈ ਕਿ ਭੇਖ ਧਾਰੀਆਂ ਨੇ ਦੇਹ ਦੀ ਵਿਦਿਆ ਆਦਿਕ ਦੀ ਹੰਗਤਾ ਮਮਤਾ ਕੀਤੀ ਹੈ, ਹੰਕਾਰ ਕੀਤਾ ਹੈ ਇਸ ਸਰੀਰ ਦਾ ਕਿ ਹੰਕਾਰ ਕਰਨ ਕਰਕੇ ਉਸ ਵਾਹਿਗੁਰੂ ਦੇ ਸਰੂਪ ਨੂੰ ਨਹੀਂ ਜਾਣਨਾ ਕੀਤਾ। ਕੋਈ ਬਿਰਲੇ ਟਾਵੇਂ ਹੀ ਗੁਰਮੁਖ ਜਨ ਹਨ, ਅਧਿਕਾਰੀ ਜਨ ਹਨ ਜਿਨ੍ਹਾਂ ਦਾ ਪਰਮੇਸ਼ਰ ਦੀ ਭਗਤੀ ਵਿੱਚ ਮਨ ਮਾਨਿਆ, ਮਨ ਹਿਰਦਾ ਮੰਨ ਗਿਆ ਹੈ। ਮਹਾਰਾਜ ਜੀ ਅੱਗੇ ਸਮਝਾ ਰਹੇ ਹਨ
ਹਉ ਹਉ ਕਰਤ ਨਹੀਂ ਸੱਚ ਪਾਈਐ। ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ, ਹਉ ਹਉ ਮੈਂ ਪਦਾਰਥਾਂ ਦੀ ਹੰਗਤਾ, ਗੁਣਾਂ ਦੀ ਹੰਗਤਾ। ਜੇ ਕਿਸੇ ਕੋਲੇ 4 ਮਣ ਜ਼ਿਆਦੇ ਪਦਾਰਥ ਹੋ ਜੇ, ਉਸ ਦਾ ਹੰਕਾਰ ਹੋ ਜਾਣਾ, ਜਾਂ ਕਿਸੇ ਪ੍ਰਕਾਰ ਦੇ ਗੁਣ ਹਨ ਉਹਨਾਂ ਦਾ ਹੰਕਾਰ ਹੋ ਜਾਣਾ। ਉਸ ਹੰਕਾਰ ਦੇ ਵਿੱਚ ਮੈਂ ਕਰਦੇ ਰਹਿਣਾ, ਕਿ ਹੰਕਾਰ ਦੇ ਸਹਿਤ ਹੰਗਤਾ ਕਰਨ ਕਰਕੇ ਨਹੀਂ ਸੱਚ ਪਾਈਐ। ਸੱਚ ਸਤ ਸਰੂਪ ਨੂੰ ਨਹੀਂ ਪਾਇਆ ਜਾ ਸਕਦਾ। ਹਉਮੈ ਜਾਏ ਪਰਮ ਪਦ ਪਾਈਐ। ਜੇਕਰ ਦੇਹ ਦੇ ਅੰਦਰੋਂ ਹਉਮੈ, ਹੰਗਤਾ, ਹੰਕਾਰ ਚਲਿਆ ਜਾਵੇ, ਜੇ ਉਸ ਪਰਮੇਸ਼ਰ ਨੂੰ ਚੇਤੇ ਕਰਨ ਲੱਗ ਜਾਵੇ ਜੀਵ, ਕਿ ਤੇਰਾ ਦਿੱਤਾ ਖਾਵਣਾ ਤਿਸ ਕਹੀਐ ਸਵਾਸ, ਉਸ ਨੂੰ ਪਰਮੇਸ਼ਰ ਨੂੰ ਕਹੇ, ਮਹਾਰਾਜ ਤੇਰਾ ਦਿੱਤਾ ਹੋਇਆ ਹੈ। ਜੋ ਗੁਣ ਹਨ ਇਹ ਵੀ ਤੇਰੇ ਦਿੱਤੇ ਹੋਏ ਹਨ, ਪਦਾਰਥ ਹੈ ਵੀ ਤੇਰਾ ਦਿੱਤਾ ਹੋਇਆ ਹੈ। ਤੇ ਉਸ ਦਾ ਸ਼ੁਕਰਾਨਾ ਕਰੇ। ਤੇਰਾ ਦਿੱਤਾ ਖਾਵਣਾ ਤਿਸ ਕਹੀਐ ਸਵਾਸ, ਇਹ ਪਰਮੇਸ਼ਰ ਤੇਰਾ ਦਿੱਤਾ ਹੋਇਆ ਖਾਂਦੇ ਹਾਂ, ਤੇਰਾ ਸਵਾਸ ਸ਼ੁਕਰਾਨਾ ਕਰਦੇ ਹਾਂ। ਫਿਰ ਅੰਦਰੋਂ ਹੰਕਾਰ ਚਲਿਆ ਜਾਂਦਾ ਹੈ। ਜੇ ਹੰਕਾਰ ਚਲਿਆ ਜਾਵੇ, ਹੰਗਤਾ ਚਲੀ ਜਾਵੇ, ਤਾਂ ਪਰਮ ਪਦ ਪਾਈ ਹੈ। ਪਰਮ ਪਦ, ਵੱਡੀ ਪਦਵੀ, ਭਾਵ ਕੈਵਲ ਮੋਖ ਨੂੰ ਪ੍ਰਾਪਤ ਕਰ ਲੈਂਦਾ ਹੈ। ਉਸ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਂਦੀ ਹੈ। ਰਹਾਉ। ਵਿਸ਼ਰਾਮ ਦੇ ਕੇ ਅੱਗੇ ਮਹਾਰਾਜ ਜੀ ਦੂਸਰੇ ਪਦੇ ਦੇ ਅੰਦਰ ਸਮਝਾ ਰਹੇ ਹਨ। ਹਉਮੈ ਕਰ ਰਾਜੇ ਬਹੁ ਧਾਵੇ, ਹਉਮੈ ਖਪਹਿ ਜਨਮ ਮਰ ਆਵਹਿ। ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ, ਰਾਜੇ ਬਹੁ ਧਾਵੇ। ਰਾਜੇ ਭੂਵਤ ਲੋਕ ਹਉਮੈ ਹੰਗਤਾ ਕਰ ਕਰਕੇ ਦੁਨੀਆ ਦੇ ਵਿੱਚ ਕਿ ਦੇਸਾਂ ਨੂੰ ਦਬਾਉਣ ਵਾਸਤੇ ਬਹੁਤ ਦੌੜਦੇ ਹਨ। ਹਉਮੈ ਕਰ ਰਾਜੇ ਬਹੁ ਧਾਵਹਿ, ਕਿ ਰਾਜੇ ਲੋਕ ਹੰਕਾਰ ਕਰਨ ਕਰਕੇ ਦੁਨੀਆ ਦੇ ਦੇਸਾਂ ਨੂੰ ਦਬਾਉਣ ਵਾਸਤੇ ਬਹੁਤ ਦੌੜਦੇ ਹਨ, ਕਿ ਸਾਡਾ ਰਾਜ ਸਾਰੀ ਦੁਨੀਆ ਦੇ ਉੱਤੇ ਹੋ ਜਾਵੇ। ਬੜੀ ਭੱਜ ਦੌੜ ਕਰਦੇ ਹਨ। ਹੰਕਾਰ ਦੇ ਸਹਿਤ ਦੁਨੀਆ ਨੂੰ ਆਪਣੇ ਬਸ ਕਰਨ ਵਾਸਤੇ, ਆਪਣਾ ਰਾਜ ਕਰਨ ਵਾਸਤੇ ਬੜੇ ਹੀ ਦੌੜਦੇ ਰਹਿੰਦੇ ਹਨ। ਪਰੰਤੂ ਅੰਤ ਨੂੰ ਹਉਮੈ ਖਪਹਿ ਜਨਮ ਮਰ ਆਵਹਿ। ਪਰੰਤੂ ਅੰਤ ਨੂੰ ਇਹ ਹਉਮੈ ਹੰਗਤਾ ਵਿੱਚ ਹੀ ਖਪਦੇ ਰਹਿੰਦੇ ਹਨ, ਹੰਕਾਰ ਵਿੱਚ ਹੀ ਖਪਦੇ ਰਹਿੰਦੇ ਹਨ। ਜਨਮ ਮਰ ਆਵਹਿ, ਅਤੇ ਜਨਮ ਜਨਮਦੇ ਹਨ ਤੇ ਮਰਦੇ ਹਨ। ਇਉਂ ਖੂਹ ਦੀਆਂ ਟਿੰਡਾਂ ਵਾਂਗੂ 84 ਲੱਖ ਜੂਨਾਂ ਵਿੱਚ ਖਪ ਕੇ ਮਰ ਜਾਂਦੇ ਹਨ। ਫਿਰ ਜੂਨਾਂ ਵਿੱਚ ਜਨਮ ਧਾਰ ਕੇ ਆਉਂਦੇ ਹਨ ਤੇ ਮਰ ਕੇ ਇੱਥੋਂ ਚਲੇ ਜਾਂਦੇ ਹਨ। ਸਿੱਧਾ ਨੇ ਮਹਾਰਾਜ ਜੀ ਨੂੰ ਕਿਹਾ, ਹੇ ਮਹਾਰਾਜ, ਹਉਮੈ ਦੀ ਨਿਵਰਤੀ ਕਿਵੇਂ ਹੋ ਸਕਦੀ ਹੈ? ਇਹ ਸੰਸਾਰ ਹੰਕਾਰ ਦੇ ਵਿੱਚ ਉਲਝਿਆ ਪਿਆ ਹੈ, ਕਿ ਹੰਕਾਰ ਦੇ ਸਹਿਤ ਬੜੇ ਕਰਮ ਕਰਦੇ ਹਨ ਇਹ। ਫਿਰ ਇਸ ਦੀ ਨਿਵਰਤੀ ਕਿਵੇਂ ਹੋ ਸਕਦੀ ਹੈ? ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ, ਹਉਮੈ ਨਿਵਰੈ ਗੁਰ ਸ਼ਬਦ ਵਿਚਾਰੇ, ਚੰਚਲ ਮਤ ਤਿਆਗੈ ਪੰਚ ਸੰਘਾਰੇ। ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ, ਗੁਰ ਸ਼ਬਦ ਵਿਚਾਰੇ, ਸਤਿਗੁਰੂ ਸਾਹਿਬ ਜੀ ਦੇ ਸ਼ਬਦ ਉਪਦੇਸ਼ ਦੀ ਵਿਚਾਰ ਕਰਨ ਨਾਲ ਹਉਮੈ ਨਿਵਰੈ, ਕਿ ਹੰਗਤਾ ਨਿਵਰਤ ਹੋ ਜਾਂਦੀ ਹੈ। ਹਉਮੈ ਨਿਵਰੈ ਗੁਰ ਸ਼ਬਦ ਵਿਚਾਰੇ, ਕਿ ਸਤਿਗੁਰੂ ਸਾਹਿਬ ਜੀ ਦੇ ਸ਼ਬਦ, ਸਤਿਗੁਰੂ ਸਾਹਿਬ ਜੀ ਦੇ ਉਪਦੇਸ਼ ਦੀ ਵਿਚਾਰ ਕਰਨ ਨਾਲ ਹਉਮੈ ਨਿਵਰੈ, ਹੰਗਤਾ, ਹੰਕਾਰ ਨਿਵਰਤ ਹੋ ਜਾਂਦਾ ਹੈ। ਅਤੇ ਜੋ ਮਿਥਿਆ ਪਦਾਰਥਾਂ ਨੂੰ ਨਿਸ਼ਚੇ ਕਰਨ ਵਾਲੀ
ਚੰਚਲ ਮਤ ਤਿਆਗੈ। ਚੰਚਲ ਮਤ ਚੰਚਲਤਾਈ ਵਾਲੀ ਮਤ ਬੁੱਧੀ ਹੈ, ਇਸ ਨੂੰ ਤਿਆਗਣਾ ਕਰੇ। ਤੇ ਪੰਜ ਸੰਘਾਰੈ। ਪੰਜ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਨਾਸ ਕਰਨਾ ਕਰੇ। ਫਿਰ ਇਸ ਦੀ ਹੰਗਤਾ ਦੀ ਨਿਵਰਤੀ ਹੋ ਜਾਂਦੀ ਹੈ, ਹੰਕਾਰ ਦੀ ਨਿਵਰਤੀ ਹੋ ਜਾਂਦੀ ਹੈ, ਹੰਕਾਰ ਖਤਮ ਹੋ ਜਾਂਦਾ ਹੈ। ਜੇਕਰ ਸਤਿਗੁਰੂ ਸਾਹਿਬ ਜੀ ਦੇ ਉਪਦੇਸ਼ ਦੀ ਵਿਚਾਰ ਕਰੇ ਤੇ ਵਿਚਾਰ ਕਰਨ ਨਾਲ ਹੰਗਤਾ ਨਿਵਰਤ ਹੋ ਜਾਂਦੀ ਹੈ ਅਤੇ ਜੋ ਮਿਥਿਆ ਪਦਾਰਥਾਂ ਨੂੰ ਨਿਸ਼ਚੇ ਕਰਨ ਵਾਲੀ ਚੰਚਲਤਾਈ ਵਾਲੀ ਬੁੱਧੀ ਹੈ ਉਸ ਨੂੰ ਤਿਆਗਣਾ ਕਰੇ ਅਤੇ ਪੰਜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਨਾਸ ਕਰਨਾ ਕਰੇ। ਫਿਰ ਇਹ ਹੰਕਾਰ ਹੈ ਜਿਹੜਾ, ਇਸ ਦੀ ਨਿਵਰਤੀ ਹੋ ਜਾਂਦੀ ਹੈ। ਅੰਤਰ ਸਾਚ ਸਹਿਜ ਘਰ ਆਵਹਿ, ਰਾਜਨ ਜਾਣ ਪਰਮਗਤ ਪਾਵਹਿ। ਜਿਨ੍ਹਾਂ ਦੇ ਅੰਦਰ ਹਿਰਦੇ ਵਿੱਚ ਗੁਰਾਂ ਦਾ ਸੱਚਾ ਨਾਮ ਹੈ, ਅੰਤਰ ਸਾਚ ਸਹਿਜ ਘਰ ਆਵਹਿ। ਜਿਨ੍ਹਾਂ ਦੇ ਅੰਦਰ ਹਿਰਦੇ ਵਿੱਚ ਗੁਰਾਂ ਦਾ ਸਾਚ ਸੱਚਾ ਨਾਮ ਹੈ, ਸਹਿਜ ਘਰ ਆਵਹਿ, ਉਹ ਸਹਿਜ ਗਿਆਨ ਦੇ ਘਰ ਵਿੱਚ ਤੁਰਿਆ ਪਦ ਵਿੱਚ ਆ ਕੇ ਇਸਤਿਤ ਹੋ ਜਾਂਦੇ ਹਨ, ਟਿਕ ਜਾਂਦੇ ਹਨ। ਰਾਜਨ ਜਾਣ ਪਰਮਗਤ ਪਾਵਹਿ, ਉਹ ਰਾਜਨ ਪ੍ਰਕਾਸ਼ ਸਰੂਪ ਪਰਮੇਸ਼ਰ ਨੂੰ ਜਾਣ ਕਰਕੇ ਪਰਮਗਤ ਵੱਡੀ ਗਤੀ ਭਾਵ ਕੈਬਲ ਮੋਖ ਨੂੰ ਪਾ ਲੈਂਦੇ ਹਨ। ਸੱਚ ਕਰਨੀ ਗੁਰ ਭਰਮ ਚੁਕਾਏ, ਨਿਰਭਉ ਕੈ ਘਰ ਤਾੜੀ ਲਾਏ। ਸੱਚ ਕਰਨੀ ਗੁਰ ਭਰਮ ਚੁਕਾਏ, ਨਿਰਭਉ ਕੈ ਘਰ ਤਾੜੀ ਲਾਏ। ਮਹਾਰਾਜ ਜੀ ਕਹਿਣ ਲੱਗੇ ਸਤਿਗੁਰਾਂ ਦੀ ਭਗਤੀ ਰੂਪੀ ਕਮਾਈ ਸੱਚੀ ਹੈ। ਸੱਚ ਕਰਨੀ ਕਿ ਸਤਿਗੁਰਾਂ ਦੀ ਭਗਤੀ ਰੂਪੀ ਕਰਨੀ ਕਮਾਈ ਸੱਚੀ ਹੈ। ਗੁਰ ਭਰਮ ਚੁਕਾਏ, ਜੋ ਇਸ ਸੱਚੀ ਕਰਨੀ ਨੂੰ ਸੱਚੀ ਕਮਾਈ ਨੂੰ ਕਰਦਾ ਹੈ, ਗੁਰੂ ਸਾਹਿਬ ਜੀ ਉਸ ਦੇ ਅੰਦਰੋਂ ਭਰਮ ਸੰਸਾ ਚੁੱਕ ਦਿੰਦੇ ਹਨ। ਜੋ ਭਰਮ ਹੈ ਸੰਸਾ ਹੈ ਉਸ ਨੂੰ ਗੁਰੂ ਜੀ ਨਿਵਰਤ ਕਰ ਦਿੰਦੇ ਹਨ ਅਤੇ ਨਿਰਭਉ ਕੈ ਘਰ ਤਾੜੀ ਲਾਏ ਅਤੇ ਨਿਰਭਉ ਭੈ ਤੋਂ ਰਹਿਤ ਪਰਮੇਸ਼ਰ ਦੇ ਘਰ ਦੇ ਅੰਦਰ ਸਿੱਖ ਦੀ ਤਾੜੀ, ਸਿੱਖ ਦੀ ਸਮਾਧੀ ਲਾਉਣ ਰੂਪ ਬਿਰਤੀ ਲਗਾ ਦਿੰਦੇ ਹਨ। ਹਉ ਹਉ ਕਰ ਮਰਨਾ ਕਿਆ ਪਾਵੈ, ਪੂਰਾ ਗੁਰ ਭੇਟੇ ਸੋ ਝਗਰ ਚਕਾਵੈ। ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ ਹਉ ਹਉ ਕਾਰ ਮਰਨਾ ਕਿਆ ਪਾਵੈ। ਹਉ ਹਉ ਮੈਂ ਕਰਕੇ ਮਰਨ ਨਾਲ ਮਰਨ ਵਾਲੇ ਕੀ ਪ੍ਰਾਪਤ ਕਰ ਸਕਦੇ ਹਨ। ਹਉ ਹਉ ਕਾਰ ਮਰਨਾ ਕਿਆ ਪਾਵੈ। ਗੁਰੂ ਨਾਨਕ ਦੇਵ ਮਹਾਰਾਜ ਜੀ ਸਮਝਾ ਰਹੇ ਹਨ ਕਿ ਹਉ ਹਉ ਕਰਕੇ ਮੈਂ ਕਰਕੇ ਮਰਨ ਨਾਲ ਮਰਨ ਵਾਲੇ ਕੀ ਪ੍ਰਾਪਤ ਕਰ ਸਕਦੇ ਹਨ, ਭਾਵ ਕੁਝ ਵੀ ਨਹੀਂ ਪਾ ਸਕਦੇ। ਹੰਕਾਰ ਦੇ ਸਹਿਤ ਕੁਝ ਵੀ ਪ੍ਰਾਪਤ ਨਹੀਂ ਹੁੰਦਾ। ਗੁਰ ਪੂਰਾ ਭੇਟੇ ਝਗਰ ਚਕਾਵੈ, ਕਿ ਜਿਨ੍ਹਾਂ ਨੂੰ ਪੂਰਾ ਪੂਰਨ ਸਤਿਗੁਰੂ ਸਾਹਿਬ ਜੀ ਭੇਟੇ ਮਿਲ ਜਾਣ ਸੋ ਉਹਨਾਂ ਦੇ ਜੰਮਣ ਮਰਨ ਰੂਪੀ ਝਗੜੇ ਨੂੰ ਗੁਰੂ ਸਾਹਿਬ ਜੀ ਚੁਕਾ ਦਿੰਦੇ ਹਨ, ਕਿ ਉਹਨਾਂ ਦੇ ਝਗੜੇ ਮੁਕਾ ਦਿੰਦੇ ਹਨ। ਹਉ ਹਉ ਕਰ ਮਰਨਾ ਕਿਆ ਪਾਵੈ, ਪੂਰਾ ਗੁਰ ਭੇਟੇ ਸੋ ਝਗਰ ਚੁਕਾਵੈ। ਗੁਰੂ ਨਾਨਕ ਦੇਵ ਮਹਾਰਾਜ ਜੀ ਫਰਮਾਨ ਕਰਦੇ ਹਨ ਕਿ ਮੈਂ ਕਰਕੇ ਹਉ ਹਉ ਕਰਕੇ ਮਰਨ ਨਾਲ ਮਰਨ ਵਾਲੇ ਕੀ ਪ੍ਰਾਪਤ ਕਰ ਸਕਦੇ ਹਨ, ਭਾਵ ਕੁਝ ਵੀ ਨਹੀਂ ਪਾ ਸਕਦੇ। ਜਿਨ੍ਹਾਂ ਨੂੰ ਪੂਰਨ ਸਤਿਗੁਰੂ ਸਾਹਿਬ ਜੀ ਭੇਟੇ ਮਿਲ ਜਾਣ ਸੋ ਉਹਨਾਂ ਦੇ ਜੰਮਣ ਮਰਨ ਰੂਪੀ ਝਗੜੇ ਨੂੰ ਗੁਰੂ ਸਾਹਿਬ ਜੀ ਚੁਕਾ ਦਿੰਦੇ ਹਨ, ਮੁਕਾ ਦਿੰਦੇ ਹਨ। ਜੇਤੀ ਹੈ ਤੇਤੀ ਕਿਹੋ ਨਾਹੀ, ਗੁਰਮੁਖ ਗਿਆਨ ਭੇਟ ਗੁਣ ਗਾਹੀ। ਜੇਤੀ ਹੈ ਤੇਤੀ ਕਿਹੋ ਨਾਹੀ,
ਜੇਤੀ ਜਿਤਨੀ ਸ੍ਰਿਸ਼ਟੀ ਅਗਿਆਨ ਕਾਲ ਵਿੱਚ ਪ੍ਰਤੀਤ ਹੋ ਰਹੀ ਹੈ। ਜਦੋਂ ਬ੍ਰਹਮ ਗਿਆਨ ਦਾ ਪ੍ਰਕਾਸ਼ ਹੋ ਗਿਆ, ਉਸ ਵੇਲੇ ਤੇਤੀ ਉਤਨੀ ਕੁਝ ਵੀ ਨਹੀਂ ਰਹਿ ਜਾਂਦੀ। ਭਾਵ ਇਹ ਸਾਰੀ ਅਗਿਆਨ ਕਰਕੇ ਕਲਪਨਾ ਹੋ ਰਹੀ ਹੈ। ਜਿਵੇਂ ਰਾਤ ਦੇ ਹਨੇਰੇ ਵਿੱਚ ਲੱਖਾਂ ਤਾਰੇ ਚਮਕਦੇ ਹਨ, ਬੜੇ ਭਰਮ ਪੈਂਦੇ ਹਨ, ਇਸੇ ਪ੍ਰਕਾਰ ਅਵਿਦਿਆ ਰੂਪੀ ਰਾਤ ਕਰਕੇ ਭਰਮ ਦੇ ਹਨੇਰੇ ਵਿੱਚ ਇਹ ਸੰਸਾਰ ਵਿੱਚ ਨਾਨਾਪੁਣਾ ਪ੍ਰਤੀਤ ਹੋ ਰਿਹਾ ਹੈ। ਜਦੋਂ ਗੁਰੂ ਸਾਹਿਬ ਜੀ ਗਿਆਨ ਦਾ ਸੂਰਜ ਚਾੜ੍ਹ ਦਿੰਦੇ ਹਨ, ਗੁਰਮੁਖ ਗਿਆਨ ਭੇਟ ਗੁਣ ਗਾਹੀ, ਜਦੋਂ ਗੁਰੂ ਸਾਹਿਬ ਜੀ ਗਿਆਨ ਦਾ ਸੂਰਜ ਚਾੜ੍ਹ ਦਿੰਦੇ ਹਨ ਤਾਂ ਸਾਰਾ ਹੀ ਭਰਮ ਰੂਪੀ ਹਨੇਰਾ ਚੁੱਕਿਆ ਜਾਂਦਾ ਹੈ। ਕੇਵਲ ਇੱਕ ਬ੍ਰਹਮ ਦੀ ਹੀ ਜੋਤ ਸਾਰੇ ਪਾਸਰੀ ਹੋਈ ਦਿਸ ਪੈਂਦੀ ਹੈ। ਜਿਨ੍ਹਾਂ ਗੁਰਮੁਖ ਜਨਾਂ ਤਾਈਂ ਸਰੂਪ ਦਾ ਗਿਆਨ, ਸਰੂਪ ਦਾ ਬੋਧ ਪ੍ਰਾਪਤ ਹੋਇਆ ਹੈ, ਉਹ ਮਿਲ ਕਰਕੇ ਵਾਹਿਗੁਰੂ ਦੇ ਗੁਣਾਂ ਨੂੰ, ਵਾਹਿਗੁਰੂ ਦੀਆਂ ਸਿਫਤਾਂ ਨੂੰ ਗਾਉਂਦੇ ਹਨ। ਉਹ ਗੁਣਾਂ ਦੇ ਰਾਹੀਂ ਜਗ੍ਹਾ ਬਣ ਜਾਂਦੇ ਹਨ। ਮਹਾਰਾਜ ਜੀ ਨੇ ਸਮਝਾਉਣਾ ਕੀਤਾ ਹੈ ਕਿ ਜਿਨ੍ਹਾਂ ਨੇ ਪਰਮੇਸ਼ਰ ਦੇ ਗੁਣਾਂ ਨੂੰ ਗਾਉਣਾ ਕੀਤਾ ਹੈ, ਉਹ ਪਰਮੇਸ਼ਰ ਦੇ ਦਰਗਾਹ ਦੇ ਵਿੱਚ ਜਗ੍ਹਾ ਬਣਾ ਲੈਂਦੇ ਹਨ, ਥਾਂ ਬਣ ਜਾਂਦੀ ਹੈ ਉਹਨਾਂ ਵਾਸਤੇ। ਹਉਮੈ ਬੰਧਨ ਬੰਧ ਭਵਾਵੈ, ਨਾਨਕ ਰਾਮ ਭਗਤ ਸੁਖ ਪਾਵੈ। ਗੁਰੂ ਨਾਨਕ ਦੇਵ ਮਹਾਰਾਜ ਜੀ ਬਾਣੀ ਦੀਆਂ ਪੰਕਤੀਆਂ ਦੁਆਰਾ ਸਮਝਾ ਰਹੇ ਹਨ। ਹਉਮੈ ਬੰਧਨ ਬੰਧ ਭਵਾਵੈ, ਜਿੰਨਾ ਚਿਰ ਜੀਵ ਦੇ ਅੰਦਰ ਹਉਮੈ, ਹੰਗਤਾ, ਮਮਤਾ ਦੇ ਬੰਧਨ, ਜੰਜਾਲ ਪਏ ਰਹਿੰਦੇ ਹਨ, ਕਿ ਜਿੰਨਾ ਚਿਰ ਜੀਵ ਦੇ ਅੰਦਰ ਹੰਕਾਰ ਦੇ ਬੰਧਨ ਪਏ ਰਹਿੰਦੇ ਹਨ, ਜੰਜਾਲ ਪਏ ਰਹਿੰਦੇ ਹਨ, ਉਹਨਾਂ ਚਿਰ ਇਹ ਜਨਮ ਜਨਮਾਂਤਰਾਂ ਦੇ ਬੰਧਨਾਂ ਵਿੱਚ ਭਵਾਉਂਦਾ ਰਹਿੰਦਾ ਹੈ। ਨਾਨਕ ਰਾਮ ਭਗਤ ਸੁਖ ਪਾਵੈ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਕਥਨ ਕਰਦੇ ਹਨ ਕਿ ਜੋ ਪ੍ਰੇਮ ਦੇ ਨਾਲ ਪਰਮੇਸ਼ਰ ਦੀ ਭਗਤੀ ਕਰਦਾ ਹੈ, ਉਹ ਹੀ ਸੁਖ ਸਰੂਪ ਨੂੰ ਪਾ ਲੈਂਦਾ ਹੈ। ਹਉਮੈ ਬੰਧਨ ਬੰਧ ਭਵਾਵੈ, ਨਾਨਕ ਰਾਮ ਭਗਤ ਸੁਖ ਪਾਵੈ। ਜਿੰਨਾ ਚਿਰ ਜੀਵ ਦੇ ਅੰਦਰ ਹੰਗਤਾ ਮਮਤਾ ਦੇ ਜੰਜਾਲ ਪਏ ਹੋਏ ਹਨ, ਬੰਧਨ ਪਏ ਹੋਏ ਹਨ, ਉਹਨਾਂ ਚਿਰ ਇਹ ਜਨਮ ਦੇ ਬੰਧਨਾਂ ਵਿੱਚ, ਜਨਮਾਤਰਾਂ ਦੇ ਬੰਧਨਾਂ ਵਿੱਚ ਭਵਾਉਂਦਾ ਰਹਿੰਦਾ ਹੈ। ਸਤਿਗੁਰੂ ਜੀ ਸਮਝਾ ਰਹੇ ਹਨ ਕਿ ਜੋ ਪ੍ਰੇਮ ਦੇ ਨਾਲ ਪਰਮੇਸ਼ਰ ਦੀ ਭਗਤੀ ਕਰਦਾ ਹੈ, ਉਹ ਹੀ ਸੁਖ ਸਰੂਪ ਨੂੰ, ਉਸ ਪਰਮੇਸ਼ਰ ਨੂੰ ਪਾ ਲੈਂਦਾ ਹੈ। ਗੌੜੀ ਮਹੱਲਾ ਪਹਿਲਾ। ਪ੍ਰਥਮੇ ਬ੍ਰਹਮਾ ਕਾਲੈ ਘਰ ਆਇਆ। ਪ੍ਰਥਮੇ ਬ੍ਰਹਮਾ ਕਾਲੈ ਘਰ ਆਇਆ, ਬ੍ਰਹਮ ਕਮਲ ਭਿਆਲ ਨਾ ਪਾਇਆ। ਅਗਿਆਨ ਨਹੀਂ ਲੀਨੀ ਭਰਮ ਭੁਲਾਇਆ, ਜੋ ਉਪਜੈ ਸੋ ਕਾਲ ਸੰਘਾਰਿਆ। ਹਮ ਹਰ ਰਾਖੇ ਗੁਰ ਸ਼ਬਦ ਵਿਚਾਰਿਆ ਰਹਾਉ। ਮਾਇਆ ਮੋਹੇ ਦੇਵੀ ਸਭ ਦੇਵਾ, ਕਾਲ ਨਾ ਛੋੜੈ ਬਿਨ ਗੁਰ ਕੀ ਸੇਵਾ। ਉਹ ਅਵਨਾਸੀ ਅਲਖ ਅਭੇਵਾ, ਸੁਲਤਾਨ ਖਾਨ ਬਾਦਸ਼ਾਹ ਨਹੀਂ ਰਹਿਣਾ। ਨਾਮੋਂ ਭੂਲੈ ਜਮ ਕਾ ਦੁਖ ਸਹਿਨਾ, ਮੈਂ ਧਰ ਨਾਮ ਜੋ ਰਾਖੋ ਰਹਿਣਾ। ਚੌਧਰੀ ਰਾਜੇ ਨਹੀਂ ਕਿਸੈ ਮੁਕਾਮ, ਸਾਹਾ ਮਰਹੇ ਸੰਚੇ ਮਾਇਆ ਦਾਮ। ਮੈਂ ਧਨ ਦੀਜੈ ਹਰ ਅੰਮ੍ਰਿਤ ਨਾਮ, ਰਈਅਤ ਮਿਹਰ ਮੁਕੱਦਮ ਸ਼ਿਕਦਾਰੈ। ਨਿਹਚਲ ਕੋਇ ਨਾ ਦਿਸੈ ਸੰਸਾਰੈ, ਆਫਰਿਓ ਕਾਲ ਕੂੜ ਸਿਰ ਮਾਰੈ। ਨਿਹਚਲ ਏਕ ਸੱਚਾ ਸਚ ਸੋਈ, ਜਿਨ ਕਰ ਸਾਜੀ ਤਿਨਹਿ ਸਭ ਗੋਈ।
ਉਹ ਗੁਰਮੁਖ ਜਾਪੈ ਤਾਂ ਪਤ ਹੋਈ, ਕਾਜੀ ਸੇਖ ਭੇਖ ਫਕੀਰਾ। ਵੱਡੇ ਕਹਾਵਹਿ ਹਉਮੈ ਤਨ ਪੀਰਾ, ਕਾਲ ਨਾ ਛੋਡੈ ਬਿਨ ਸਤਿਗੁਰ ਕੀ ਧੀਰਾ। ਕਾਲ ਜਾਲ ਜਿਹਬਾ ਅਰ ਨੈਣੀ, ਕਾਨੀ ਕਾਲ ਸੁਨੈ ਬਿਖ ਬੈਣੀ। ਬਿਨ ਸ਼ਬਦੈ ਮੂਠੇ ਦਿਨ ਰੈਣੀ, ਹਿਰਦੈ ਸਾਜ ਬਸੈ ਹਰ ਨਾਏ। ਕਾਲ ਨਾ ਛੋਡੈ ਸਕੈ ਗੁਣ ਗਾਏ, ਨਾਨਕ ਗੁਰਮੁਖ ਸ਼ਬਦ ਸੁਣਾਏ। ਹਿਰਦੈ ਸਾਜ ਬਸੈ ਹਰ ਨਾਏ, ਕਾਲ ਨਾ ਜੋ ਹੈ ਸਕੈ ਗੁਣ ਗਾਏ। ਨਾਨਕ ਗੁਰਮੁਖ ਸ਼ਬਦ ਸਮਾਏ। ਮਹਾਰਾਜ ਜੀ ਨੇ ਬੜੇ ਹੀ ਦ੍ਰਿਸ਼ਟਾਂਤ ਦੇ ਕੇ ਬੜੇ ਹੀ ਤਰੀਕਿਆਂ ਦੇ ਨਾਲ ਸਮਝਾਉਣਾ ਕੀਤਾ ਹੈ ਸਿੱਧਾਂ ਨੂੰ। ਸਿੱਧਾਂ ਦੇ ਨਾਲ ਚਰਚਾ ਹੋਈ, ਵਿਚਾਰ ਹੋਈ। ਸਿੱਧਾਂ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਕਿਹਾ ਕਿ ਹੇ ਸਤਿਗੁਰੂ ਜੀ, ਦੇਵੀ ਦੇਵਤਿਆਂ ਦੀ ਉਪਾਸਨਾ ਕਰਨੀ ਚੰਗੀ ਹੈ ਕਿ ਨਹੀਂ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਉਹਨਾਂ ਨੂੰ ਕਹਿੰਦੇ ਹਨ ਕਿ ਇਹਨਾਂ ਦੇਵੀ ਦੇਵਤਿਆਂ ਦੀ ਉਪਾਸਨਾ ਦਾ ਫਲ ਇਹੀ ਹੈ ਕਿ ਆਪਣੇ ਇਸ਼ਟ ਦੇਵਤਾ ਦਾ ਰੂਪ ਹੋ ਜਾਣਾ। ਬਸ ਜੇਕਰ ਕੋਈ ਬ੍ਰਹਮਾ ਦੀ ਉਪਾਸਨਾ ਕਰੇਗਾ ਤਾਂ ਉਹ ਬ੍ਰਹਮਾ ਬਣ ਜਾਏਗਾ। ਬ੍ਰਹਮਾ ਬਣ ਕੇ ਵੀ ਉਸ ਨੂੰ ਕਾਲ ਦੇ ਘਰ ਵਿੱਚ ਆਉਣਾ ਪਏਗਾ। ਬ੍ਰਹਮੇ ਦਾ ਵੀ ਇੱਕ ਦਿਨ ਕਾਲ ਹੋਣਾ ਹੈ। ਇਸ ਕਰਕੇ ਇਹਨਾਂ ਦੀ ਉਪਾਸਨਾ ਯੋਗ ਨਹੀਂ। ਗੁਰੂ ਨਾਨਕ ਦੇਵ ਮਹਾਰਾਜ ਜੀ ਸਿੱਧਾਂ ਨੂੰ ਕਹਿਣ ਲੱਗੇ, ਇੱਕ ਵਾਹਿਗੁਰੂ ਦੀ ਹੀ ਉਪਾਸਨਾ ਕਰਨੀ ਚਾਹੀਦੀ ਹੈ। ਮਹਾਰਾਜ ਜੀ ਸਿੱਧਾਂ ਨੂੰ ਕਹਿਣ ਲੱਗੇ, ਪ੍ਰਥਮੇ ਬ੍ਰਹਮਾ ਕਾਲੈ ਘਰ ਆਇਆ, ਕਿ ਪ੍ਰਥਮੇ ਪਹਿਲਾਂ ਜੋ ਸਾਰੀ ਸ੍ਰਿਸ਼ਟੀ ਦੇ ਮੁੱਢ ਵਿੱਚ ਬ੍ਰਹਮਾ ਪੈਦਾ ਕੀਤਾ ਹੈ, ਇਹ ਵੀ ਕਾਲੈ ਕਾਲ ਦੇ ਮੌਤ ਦੇ ਘਰ ਵਿੱਚ ਆਇਆ ਹੋਇਆ ਹੈ। ਭਾਵ ਪਰਮੇਸ਼ਰ ਨੇ ਪਹਿਲਾਂ ਸਮਾਂ ਬਣਾਇਆ ਹੈ, ਫਿਰ ਬ੍ਰਹਮਾ ਦੀ ਉਤਪਤੀ ਕੀਤੀ। ਇਉਂ ਬ੍ਰਹਮਾ ਕਾਲ ਦੇ ਘਰ ਵਿੱਚ ਆਇਆ ਹੋਇਆ ਹੈ। ਜਦੋਂ ਇਸ ਦਾ ਜੋ ਸਮਾਂ ਮਿਥਿਆ ਹੈ ਉਹ ਪੂਰਾ ਹੋ ਗਿਆ ਤਾਂ ਇਸ ਦਾ ਵੀ ਕਾਲ ਹੋ ਜਾਏਗਾ। ਬ੍ਰਹਮ ਕਮਲ ਪਿਆਲ ਨਾ ਪਾਇਆ, ਕਿ ਬ੍ਰਹਮ ਪਰਮੇਸ਼ਰ ਭਾਵ ਵਿਸ਼ਨੂੰ ਜਿਸ ਦੀ ਨਾਭੀ ਵਿੱਚੋਂ ਉਤਪੰਨ ਹੋਏ, ਕੌਲ ਫੁੱਲ ਦੀ ਨਾਲੀ ਦਾ ਬ੍ਰਹਮਾ ਪਿਆਲ ਹੇਠਲਾ ਭਾਗ ਥੱਲਾ ਨਹੀਂ ਪਾਇਆ ਜਾ ਸਕਿਆ, ਕਿਉਂਕਿ ਬ੍ਰਹਮਾ ਨੂੰ ਹੰਕਾਰ ਹੋ ਗਿਆ ਸੀ ਕਿ ਮੈਂ ਸੁਤੇ ਹੀ ਪ੍ਰਕਾਸ਼ ਹਾਂ। ਉਸ ਵੇਲੇ ਆਕਾਸ਼ ਬਾਣੀ ਹੋਈ ਕਿ ਹੇ ਬ੍ਰਹਮਾ, ਤੇਰਾ ਕਮਲ ਵਿੱਚੋਂ ਪ੍ਰਕਾਸ਼ ਹੋਇਆ ਹੈ, ਤੂੰ ਕਿਉਂ ਅਭਿਮਾਨ ਕਰਦਾ ਹੈ। ਇਹ ਕਹਿਣ ਲੱਗਾ ਕਿ ਕਮਲ ਤਾਂ ਛੋਟਾ ਜਿਹਾ ਹੈ ਤੇ ਮੇਰਾ ਸਰੀਰ ਬਹੁਤ ਵੱਡਾ ਹੈ। ਕਮਲ ਕੋਮਲ ਜਿਹਾ ਹੈ, ਮੇਰਾ ਸਰੀਰ ਨਰੋਆ ਹੈ, ਇਹ ਮੈਨੂੰ ਕਿਵੇਂ ਪੈਦਾ ਕਰ ਸਕਦਾ ਹੈ। ਉਸ ਵੇਲੇ ਬ੍ਰਹਮੇ ਨੇ ਕਮਲ ਦੇ ਲੱਤ ਮਾਰੀ, ਕਹਿਣ ਲੱਗਿਆ ਕਿ ਜੇਕਰ ਇਸ ਨੇ ਮੇਰੀ ਲੱਤ ਸਹਾਰ ਲਈ ਤਾਂ ਮੈਂ ਸਮਝ ਲਵਾਂਗਾ ਕਿ ਮੈਂ ਇਸ ਤੋਂ ਜੰਮਿਆ ਹਾਂ। ਜੇਕਰ ਇਹ ਟੁੱਟ ਗਿਆ ਤਾਂ ਮੈਂ ਇਸ ਤੋਂ ਨਹੀਂ ਜੰਮਿਆ, ਮੈਂ ਖੁਦ ਹੀ ਹਾਂ। ਇਸ ਨੇ ਫਿਰ ਲੱਤ ਮਾਰੀ ਤਾਂ ਜਿਵੇਂ ਵੱਡੇ ਆਦਮੀ ਛੋਟੇ ਦੀ ਬੇਅਦਬੀ ਸਹਾਰ ਲੈਂਦੇ ਹਨ, ਇਸੇ ਤਰ੍ਹਾਂ ਪਰਮੇਸ਼ਰ ਨੇ ਇਸ ਦੀ ਬੇਅਦਬੀ ਸਹਾਰ ਲਈ। ਜਦੋਂ ਤੀਜੀ ਲੱਤ ਮਾਰੀ, ਜਿਵੇਂ ਖੂਹ ਵਿੱਚ ਰੋੜ ਡਿੱਗ ਪੈਂਦਾ ਹੈ, ਇਸ ਪ੍ਰਕਾਰ ਕਮਲ ਦੇ ਵਿੱਚ ਡਿੱਗ ਪਿਆ। 18 ਯੁੱਗ ਕਮਲ ਦੇ ਵਿੱਚ ਹੀ ਥੱਲੇ ਨੂੰ ਘੁੰਮਦਾ ਗਿਆ ਤੇ ਉਸ ਕਮਲ ਦੀ ਨਾਲ ਦਾ ਅੰਤ ਨਾ ਪਾ ਸਕਿਆ। ਇਸ ਦੇ ਬੇਨਤੀ ਕਰਨ ਤੋਂ ਭਗਵਾਨ ਨੇ ਇਸ ਨੂੰ ਫਿਰ 18 ਯੁੱਗਾਂ ਵਿੱਚ ਉੱਪਰ ਲਿਆਂਦਾ। ਆਗਿਆ ਨਹੀਂ ਲੀਨੀ ਭਰਮ ਭੁਲਾਇਆ, ਬ੍ਰਹਮੇ ਨੇ ਮਹਾਰਾਜ ਦੀ ਆਗਿਆ ਨਹੀਂ ਲੀਨੀ, ਕਿ ਆਗਿਆ ਨਹੀਂ ਲਈ ਤੇ ਹੰਕਾਰ ਵਿੱਚ ਆ ਕੇ ਕਹਿੰਦਾ ਕਿ ਮੈਂ ਸੁਤੇ ਪ੍ਰਕਾਸ਼ ਹਾਂ। ਇਉਂ ਇਹ ਭਰਮ ਨੇ ਭੁਲਾਉਣਾ ਕੀਤਾ। ਜੋ ਉਪਜੈ ਸੋ ਕਾਲ ਸੰਘਾਰਿਆ, ਹਮ ਹਰ ਰਾਖੇ ਗੁਰ ਸ਼ਬਦ ਵਿਚਾਰਿਆ।
ਮਹਾਰਾਜ ਜੀ ਕਹਿਣ ਲੱਗੇ ਜਿਹੜਾ ਵੀ ਇਸ ਸੰਸਾਰ ਵਿੱਚ ਪੈਦਾ ਹੋਇਆ ਹੈ ਉਹ ਹੀ ਕਾਲ ਦੇ ਸਮੇਂ ਜਮਕਾਲ ਨੇ ਸੰਘਾਰਿਆ ਨਾਸ ਕੀਤਾ ਹੈ। ਜਿਹੜਾ ਵੀ ਇਸ ਸੰਸਾਰ ਵਿੱਚ ਪੈਦਾ ਹੋਇਆ ਹੈ ਉਹ ਹੀ ਕਾਲ ਸਮੇਂ ਜਮਕਾਲ ਨੇ ਸੰਘਾਰਿਆ ਨਾਸ ਕੀਤਾ ਹੈ। ਹਾਮ ਹਰ ਰਾਖੇ ਗੁਰ ਸ਼ਬਦ ਵਿਚਾਰਿਆ। ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ ਸਾਨੂੰ ਤਾਂ ਅਕਾਲ ਪੁਰਖ ਨੇ ਰੱਖ ਲੈਣਾ ਕੀਤਾ ਹੈ, ਕਿਉਂਕਿ ਅਸੀਂ ਆਪਣੇ ਉਸ ਅਕਾਲ ਪੁਰਖ ਦੇ ਉਪਦੇਸ਼ ਨੂੰ ਵਿਚਾਰਨਾ ਕੀਤਾ ਹੈ। ਰਹਾਉ ਵਿਸ਼ਰਾਮ ਦੇ ਕੇ ਮਹਾਰਾਜ ਜੀ ਅੱਗੇ ਸਮਝਾ ਰਹੇ ਹਨ। ਮਾਇਆ ਮੋਹੇ ਦੇਵੀ ਸਭ ਦੇਵਾ, ਕਾਲ ਨਾ ਛੋੜੈ ਬਿਨ ਗੁਰ ਕੀ ਸੇਵਾ। ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ, ਹੇ ਭਾਈ, ਮਾਇਆ ਮੋਹੇ ਦੇਵੀ ਸਭ ਦੇਵਾ, ਕਿ ਸਭ ਸਾਰੇ ਦੇਵੀ ਦੇਵਤਿਆਂ ਅਤੇ ਦੇਵੀ ਦੇਵੀਆਂ ਅਤੇ ਦੇਵਤੇ ਜੋ ਪੈਦਾ ਹੋਏ ਹਨ ਸਾਰੇ ਮਾਇਆ ਦੇ ਮੋਹ ਵਿੱਚ ਹੀ ਫਸੇ ਹਨ। ਉਸ ਗੁਰੂ ਅਕਾਲ ਪੁਰਖ ਦੀ ਭਗਤੀ ਤੋਂ ਬਿਨਾਂ ਮੌਤ ਨਹੀਂ ਛੱਡਦੀ। ਮਾਇਆ ਮੋਹੇ ਦੇਵੀ ਸਭ ਦੇਵਾ, ਕਾਲ ਨਾ ਛੋੜੈ ਬਿਨ ਗੁਰ ਕੀ ਸੇਵਾ। ਮਹਾਰਾਜ ਜੀ ਗੁਰੂ ਨਾਨਕ ਦੇਵ ਜੀ ਸਮਝਾ ਰਹੇ ਹਨ। ਸਿੱਧਾਂ ਨੂੰ ਕਹਿਣ ਲੱਗੇ, ਹੇ ਭਾਈ, ਸਾਰੇ ਦੇਵੀਆਂ ਅਤੇ ਸਾਰੇ ਦੇਵਤੇ ਜੋ ਪੈਦਾ ਹੋਏ ਹਨ ਸਾਰੇ ਮਾਇਆ ਦੇ ਮੋਹ ਵਿੱਚ ਹੀ ਫਸੇ ਹਨ। ਉਸ ਗੁਰੂ ਅਕਾਲ ਪੁਰਖ ਦੀ ਭਗਤੀ ਤੋਂ ਬਿਨਾਂ ਮੌਤ ਛੱਡਦੀ ਨਹੀਂ। ਉਹ ਅਬਨਾਸੀ ਅਲਖ ਅਭੇਵਾ। ਉਹ ਵਾਹਿਗੁਰੂ ਆਪ ਹੀ ਅਬਨਾਸੀ ਵਿਸ਼ੇਸ਼ ਕਰਕੇ ਨਾਸ ਤੋਂ ਰਹਿਤ ਹੈ। ਗੁਰਾਂ ਤੋਂ ਬਿਨਾਂ ਲਖਿਆ ਨਹੀਂ ਜਾਂਦਾ ਅਤੇ ਅਸ਼ੁੱਧ ਮਨ ਕਰਕੇ ਅਭੇਵਾ ਭੇਦ ਨਹੀਂ ਪਾਇਆ ਜਾਂਦਾ। ਸੁਲਤਾਨ ਖਾਨ ਬਾਦਸ਼ਾਹ ਨਹੀਂ ਰਹਿਣਾ, ਨਾਮੋਂ ਭੁੱਲੈ ਜਮ ਕਾ ਦੁਖ ਸਹਿਣਾ। ਮਹਾਰਾਜ ਜੀ ਕਥਨ ਕਰਦੇ ਹਨ, ਜੇਕਰ ਕੋਈ ਸੁਲਤਾਨ ਚੱਕਰਵਰਤੀ ਰਾਜਾ, ਖਾਨ ਪਠਾਣਾ ਦੇ ਸਰਦਾਰ ਬਾਦਸ਼ਾਹ, ਤਖਤ ਦੇ ਮਾਲਕ ਕਹਾਉਣ ਵਾਲੇ ਹਨ, ਸੁਲਤਾਨ ਖਾਨ ਬਾਦਸ਼ਾਹ ਨਹੀਂ ਰਹਿਣਾ। ਇਹਨਾਂ ਵਿੱਚੋਂ ਕਿਸੇ ਨੇ ਵੀ ਹਮੇਸ਼ਾ ਇਸਤਤ ਨਹੀਂ ਰਹਿਣਾ, ਟਿਕੇ ਨਹੀਂ ਰਹਿਣਾ। ਨਾਮੋਂ ਭੁੱਲੈ ਜਮ ਕਾ ਦੁਖ ਸਹਿਣਾ। ਪਰਮੇਸ਼ਰ ਦੇ ਨਾਮ ਤੋਂ ਭੁੱਲਣ ਕਰਕੇ ਜਮਾਂ ਦਾ ਦੁੱਖ, ਜਮਾਂ ਦਾ ਕਸ਼ਟ ਸਹਾਰਨਾ ਪਵੇਗਾ। ਸੁਲਤਾਨ ਖਾਨ ਬਾਦਸ਼ਾਹ ਨਹੀਂ ਰਹਿਣਾ। ਜੇਕਰ ਕੋਈ ਸੁਲਤਾਨ ਚੱਕਰਵਰਤੀ ਰਾਜਾ, ਖਾਨ ਪਠਾਣਾ ਦੇ ਸਰਦਾਰ, ਬਾਦਸ਼ਾਹ, ਤਖਤ ਦੇ ਮਾਲਕ ਕਹਾਉਣ ਵਾਲੇ ਹਨ, ਇਹਨਾਂ ਵਿੱਚੋਂ ਕਿਸੇ ਨੇ ਵੀ ਹਮੇਸ਼ਾ ਇਸਤਤ ਨਹੀਂ ਰਹਿਣਾ, ਟਿਕੇ ਨਹੀਂ ਰਹਿਣਾ। ਕਿ ਨਾਮੋਂ ਭੁੱਲੈ ਜਮ ਕਾ ਦੁਖ ਸਹਿਣਾ। ਪਰਮੇਸ਼ਰ ਦੇ ਨਾਮ ਤੋਂ ਭੁੱਲਣ ਕਰਕੇ ਜਮਾਂ ਦਾ ਦੁੱਖ, ਜਮਾਂ ਦਾ ਕਸ਼ਟ ਸਹਾਰਨਾ ਪਵੇਗਾ। ਮੈਂ ਧਰ ਨਾਮ ਜਿਉ ਰਾਖੋ ਰਹਿਣਾ। ਗੁਰੂ ਨਾਨਕ ਦੇਵ ਮਹਾਰਾਜ ਜੀ ਸਮਝਾ ਰਹੇ ਹਨ ਕਿ ਹੇ ਪ੍ਰਭੂ, ਮੈਨੂੰ ਤਾਂ ਤੁਹਾਡੇ ਨਾਮ ਦੀ ਹੀ ਓਟ ਟੇਕ ਹੈ। ਜਿਸ ਪ੍ਰਕਾਰ ਤੁਸੀਂ ਰੱਖਣਾ ਕਰੋਗੇ ਉਸੇ ਪ੍ਰਕਾਰ ਮੇਰਾ ਰਹਿਣਾ ਹੁੰਦਾ ਹੈ। ਮੈਂ ਧਰ ਨਾਮ ਜਿਉ ਰਾਖੋ ਰਹਿਣਾ। ਗੁਰੂ ਨਾਨਕ ਦੇਵ ਮਹਾਰਾਜ ਜੀ ਸਮਝਾ ਰਹੇ ਹਨ, ਕਥਨ ਕਰਦੇ ਹਨ ਕਿ ਹੇ ਪ੍ਰਭੂ, ਮੈਨੂੰ ਤਾਂ ਤੁਹਾਡੇ ਨਾਮ ਦੀ ਹੀ ਓਟ ਹੈ। ਜਿਸ ਪ੍ਰਕਾਰ ਤੁਸੀਂ ਰੱਖਣਾ ਕਰੋਗੇ ਉਸੇ ਪ੍ਰਕਾਰ ਮੇਰਾ ਰਹਿਣਾ ਹੁੰਦਾ ਹੈ। ਚੌਧਰੀ ਰਾਜੇ ਨਹੀਂ ਕਿਸੈ ਮੁਕਾਮ, ਸਾਹਾ ਮਰਹਿ ਸੰਚਹਿ ਮਾਇਆ ਦਾਮ। ਚੌਧਰੀ ਰਾਜੇ ਨਹੀਂ ਕਿਸੈ ਮੁਕਾਮ। ਚੌਧਰੀ ਮੁਖੀ ਜੋ ਪਿੰਡ ਦੇ ਚੰਗੇ ਪ੍ਰਧਾਨ ਮੰਨੇ ਜਾਣ, ਚੰਗੇ ਰਜਵਾੜਿਆਂ ਦੇ ਮਾਲਕ ਆਦਿਕ, ਕਿਸੇ ਦੀ ਵੀ ਸਥਿਤੀ ਨਹੀਂ ਰਹਿੰਦੀ, ਕਿਸੇ ਨੇ ਵੀ ਟਿਕੇ ਨਹੀਂ ਰਹਿਣਾ।
ਚੌਧਰੀ ਰਾਜੇ ਨਹੀਂ ਕਿਸੇ ਮਕਾਮ, ਕਿ ਚੌਧਰੀ ਦੇ ਜੋ ਚੌਧਰੀ ਜੋ ਪਿੰਡ ਦੇ ਚੰਗੇ ਮੰਨੇ ਤੰਨੇ ਜਾਣੇ ਜਾਂਦੇ ਹਨ। ਰਾਜੇ ਰਜਵਾੜਿਆਂ ਦੇ ਮਾਲਕ ਆਦਿਕ ਕਿਸੇ ਦੀ ਵੀ ਮਕਾਮ ਹੁੰਦਾ, ਇਸਤਤੀ ਨਹੀਂ ਰਹਿੰਦੀ, ਕਿਸੇ ਨੇ ਵੀ ਟਿਕੇ ਨਹੀਂ ਰਹਿਣਾ। ਸ਼ਾਹ ਮਰਹੇ ਸ਼ਾਹੂਕਾਰ ਮਾਇਆ, ਛਾਲ ਰੂਪ ਦਾਮੜਿਆਂ ਨੂੰ ਹੀ ਇਕੱਠੇ ਕਰਦੇ ਮਰ ਜਾਂਦੇ ਹਨ। ਸੰਚੇ ਮਾਇਆ ਦਾਮ, ਕਿ ਸੰਚੇ ਇਕੱਠੇ ਕਰਦੇ ਹੀ ਸ਼ਾਹੂਕਾਰ ਜੋ ਮਾਇਆ ਹੈ ਛਲ ਰੂਪ, ਦਾਮੜੇ ਹਨ ਰੁਪਏ ਹਨ, ਉਹਨਾਂ ਨੂੰ ਇਕੱਠੇ ਕਰਦੇ ਮਰ ਜਾਂਦੇ ਹਨ। ਕਿ ਦਾਮ ਹੁੰਦਾ ਰੱਸੀ ਤੋਂ ਭਾਵ ਫਾਹੀ ਦਾ ਲੈਣਾ, ਇਹ ਮਾਇਆ ਦੀ ਫਾਹੀ ਵਿੱਚ ਹੀ ਪਏ ਰਹਿੰਦੇ ਹਨ। ਮੈਂ ਧਨ ਦੀਜੈ ਹਰ ਅੰਮ੍ਰਿਤ ਨਾਮ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਹੇ ਪਰਮੇਸ਼ਰ, ਜੋ ਆਪ ਜੀ ਦਾ ਅੰਮ੍ਰਿਤ ਮਿਰਤੂ ਤੋਂ ਰਹਿਤ ਕਰਨ ਵਾਲਾ ਨਾਮ ਹੈ, ਮੈਨੂੰ ਇਹੋ ਨਾਮ ਰੂਪੀ ਧਨ ਨਾਮ ਰੂਪੀ ਰੋਕੜੀ ਦੇਣਾ ਕਰੋ। ਰਈਅਤ ਮਿਹਰ ਮੁਕੱਦਮ ਸਿਕਦਾਰੈ, ਨਿਹਚਲ ਕੋਇ ਨਾ ਦਿਸੈ ਸੰਸਾਰੈ, ਅਫਰਿਓ ਕਾਲ ਕੂੜ ਸਿਰ ਮਾਰੈ। ਮਹਾਰਾਜ ਜੀ ਕਹਿਣ ਲੱਗੇ ਰਈਅਤ ਮਿਹਰ ਮੁਕੱਦਮ ਸਿਕਦਾਰੈ, ਜਿਤਨੀ ਵੀ ਰਈਅਤ ਪਰਜਾ ਹੈ, ਮਿਹਰ ਗੁੱਜਰਾਂ ਦੇ ਨੰਬਰਦਾਰ, ਮੁਕੱਦਮਾ ਦਾਇਰ ਕਰਾਉਣ ਵਾਲੇ, ਸਿਕਦਾਰਾ ਸਿੱਕਾ ਚਲਾਉਣ ਵਾਲੇ, ਲੋਕ ਥਾਣੇਦਾਰ ਹਾਕਮ ਆਦਿਕ ਹਨ। ਨਿਹਚਲ ਕੋਈ ਨਾ ਦਿਸੈ ਸੰਸਾਰ ਹੈ, ਇਹਨਾਂ ਵਿੱਚੋਂ ਕੋਈ ਵੀ ਸੰਸਾਰ ਵਿੱਚ ਨਿਹਚਲ ਨਹੀਂ ਦਿਸਦਾ, ਕਿਉਂਕਿ ਕਾਲ ਬਹੁਤ ਹੀ ਆਫਰਿਆ ਹੋਇਆ ਹੈ। ਉਹ ਝੂਠੇ ਪੁਰਸ਼ਾਂ ਦੇ ਸਿਰ ਉੱਪਰ, ਝੂਠਿਆਂ ਦੇ ਸਿਰ ਉੱਪਰ ਮਾਰਦਾ ਹੈ। ਕਿ ਮਹਾਰਾਜ ਜੀ ਬੜੇ ਹੀ ਵਿਸਥਾਰ ਦੇ ਨਾਲ ਅਗਲੀਆਂ ਪੰਕਤੀਆਂ ਵਿੱਚ ਸਮਝਾ ਰਹੇ ਹਨ। ਨਿਹਚਲ ਏਕ ਸੱਚਾ ਸੱਚ ਸੋਈ, ਜਿਨ ਕਰ ਸਾਜੀ ਤਿਨਹੇ ਸਭ ਗੋਈ। ਉਹ ਇੱਕ ਸੱਚਾ ਆਨੰਦ ਸਰੂਪ ਪਰਮੇਸ਼ਰ ਨਿਹਚਲ ਅਚਲ ਨਾ ਚਲੇ ਜਾਣ ਵਾਲਾ ਹੈ, ਕਿ ਅਚਲ ਰਹਿਣ ਵਾਲਾ ਹੈ। ਇੱਕ ਪਰਮੇਸ਼ਰ ਪਿੱਛੋਂ ਵੀ ਸਤ ਸਰੂਪ ਸੀ, ਹੁਣ ਵੀ ਸੱਚਾ ਹੈ, ਅੱਗੇ ਨੂੰ ਵੀ ਉਹੀ ਸੱਚ ਸੱਚਾ ਅਚਲ ਹੋਵੇਗਾ। ਕਿ ਜਿਸ ਵਾਹਿਗੁਰੂ ਨੇ ਸਾਰੀ ਸ੍ਰਿਸ਼ਟੀ ਸਾਜਣਾ ਕਰਕੇ ਪਾਲਣਾ ਕੀਤੀ ਹੈ, ਤਿਨਹੇ ਸਭ ਗੋਈ, ਉਸ ਨੇ ਹੀ ਆਪਣੇ ਬਲ ਗੋਈ ਬੁਲਾਈ ਹੋਈ ਹੈ, ਛਪਾਈ ਹੋਈ ਹੈ, ਮਿਲਾ ਲਈ ਹੈ। ਉਹ ਗੁਰਮੁਖ ਜਾਪੈ ਤਾਂ ਪਤ ਹੋਈ। ਉਸ ਪਰਮੇਸ਼ਰ ਨੂੰ ਗੁਰਾਂ ਦੁਆਰਾ ਗੁਰਮੁਖ ਬਣ ਕੇ ਜਾਣਿਆ ਜਾਵੇ, ਤਾਦ ਇੱਜ਼ਤ ਦੀ ਪ੍ਰਾਪਤੀ ਹੁੰਦੀ ਹੈ। ਗੁਰਮੁਖ, ਉਹ ਗੁਰਮੁਖ ਜਾਪੈ ਤਾਂ ਪਤ ਹੋਈ। ਉਹ ਪਰਮੇਸ਼ਰ ਨੂੰ ਗੁਰਾਂ ਦੁਆਰਾ ਗੁਰਮੁਖ ਬਣ ਕੇ ਜਾਣਿਆ ਜਾਵੇ, ਤਾਦ ਇੱਜ਼ਤ ਦੀ ਪ੍ਰਾਪਤੀ ਹੁੰਦੀ ਹੈ, ਪਤ ਦੀ ਪ੍ਰਾਪਤੀ ਹੁੰਦੀ ਹੈ। ਕਾਜੀ ਸੇਖ ਭੇਖ ਫਕੀਰਾ, ਵੱਡੇ ਕਹਾਵਹੇ ਹਉਮੈ ਤਾਨ ਪੀਰਾ। ਕਾਲ ਨਾ ਛੋੜੈ ਬਿਨ ਸਤਿਗੁਰ ਕੀ ਧੀਰਾ। ਕਾਜੀ ਸੇਖ ਭੇਖ ਫਕੀਰਾ, ਕਾਜੀ ਫੈਸਲਾ ਕਰਨ ਵਾਲਾ, ਮੁਸਲਮਾਨ ਸਰਾ ਦਾ ਜੋ ਗਿਆਤਾ ਹੈ। ਸੇਖ ਬਿਰਧ ਮੁਸਲਮਾਨਾਂ ਵਿੱਚ ਵਿਸ਼ੇਸ਼ ਜਾਤੀ ਵਾਲੇ ਹਨ, ਅਤੇ ਅਨੇਕਾਂ ਤਰ੍ਹਾਂ ਦੇ ਜੋ ਫਕੀਰ ਦਰਵੇਸ਼ਾਂ ਦੇ ਲਿਬਾਸ ਹਨ, ਜੋ ਫਕੀਰਾਂ ਦੇ ਭੇਖ ਹਨ, ਇਹ ਸਾਰੇ ਆਪਣੇ ਆਪ ਨੂੰ ਵੱਡੇ ਕਹਾਉਂਦੇ ਹਨ, ਸ਼੍ਰੋਮਣੀ ਕਹਾਉਂਦੇ ਹਨ। ਇਸ ਪ੍ਰਕਾਰ ਇਹਨਾਂ ਦੇ ਤਨ, ਇਹਨਾਂ ਦੇ ਸਰੀਰ ਵਿੱਚ ਹੰਗਤਾ ਮਮਤਾ ਦੀ ਪੀੜ ਪਈ ਹੋਈ ਹੈ। ਕਾਲ ਨਾ ਛੋੜੈ ਬਿਨ ਸਤਿਗੁਰ ਕੀ ਧੀਰਾ। ਸਤਿਗੁਰੂ ਸਾਹਿਬ ਜੀ ਦੀ ਬਖਸ਼ੀ ਹੋਈ ਧੀਰਜਤਾ ਤੋਂ ਬਗੈਰ ਕਾਲ ਨਹੀਂ ਛੱਡਦਾ।
ਕਿ ਜੇ ਇਸ ਦੇ ਅੰਦਰ ਸਤਿਗੁਰੂ ਦੀ ਕਿਰਪਾ ਦੁਆਰਾ ਜੀਵ ਦੇ ਅੰਦਰ ਧੀਰਜਤਾ ਆ ਜਾਏ ਤਾਂ ਕਾਲ ਤੋਂ ਬਚਿਆ ਜਾ ਸਕਦਾ ਹੈ। ਨਹੀਂ ਕਾਲ ਨਾ ਛੋੜੈ ਬਿਨ ਸਤਿਗੁਰੂ ਕੀ ਧੀਰਾ, ਕਿ ਸਤਿਗੁਰੂ ਸਾਹਿਬ ਜੀ ਦੀ ਬਖਸ਼ੀ ਹੋਈ ਧੀਰਾ ਧੀਰਜਤਾ ਤੋਂ ਬਗੈਰ ਕਾਲ ਨਹੀਂ ਛੱਡਦਾ। ਕਾਲ ਜਾਲ ਜਿਹਬਾ ਅਰ ਨੈਣੀ, ਕਾਨੀ ਕਾਲ ਸੁਣੈ ਬਿਖ ਬੈਣੀ। ਜਿਹੜਾ ਜੀਵ ਨੂੰ ਝੂਠ ਬੋਲਣ ਅਤੇ ਸਵਾਦ ਚਖਣੇ ਰੂਪ ਅਤੇ ਨੈਣੀ ਨੇਤਰਾਂ ਨੂੰ ਪਰਾਏ ਸੁੰਦਰ ਸਰੂਪ ਦੇਖਣ ਰੂਪ ਮੌਤ ਦਾ ਫਾਹਾ ਪਿਆ ਹੋਇਆ ਹੈ। ਕੰਨਾਂ ਵਿੱਚ ਵੀ ਕਾਲ ਚਿੰਬੜ ਰਿਹਾ ਹੈ। ਜੋ ਕੰਨਾਂ ਦੁਆਰਾ ਵਿਸ਼ਿਆਂ ਵਾਲੀ ਬੈਣੀ ਬਚਨ ਗੱਲਾਂ ਨੂੰ ਸੁਣਦਾ ਹੈ, ਇਹ ਕੰਨਾਂ ਨੂੰ ਕਾਲ ਦਾ ਫਾਹਾ ਪਿਆ ਹੋਇਆ ਹੈ। ਕਾਲ ਜਾਲ ਜਿਹਬਾ ਅਰ ਨੈਣੀ, ਕਾਨੀ ਕਾਲ ਸੁਣੈ ਬਿਖ ਬੈਣੀ, ਕਿ ਜਿਹਬਾ ਨੂੰ ਜੀਵ ਨੂੰ ਝੂਠ ਬੋਲਣ ਅਤੇ ਸਵਾਦ ਚਖਣ ਰੂਪ ਅਤੇ ਨੈਣੀ ਨੇਤਰਾਂ ਨੂੰ ਪਰਾਏ ਸੁੰਦਰ ਸਰੂਪ ਦੇਖਣ ਰੂਪ ਤੇ ਮੌਤ ਦਾ ਫਾਹਾ ਪਿਆ ਹੋਇਆ ਹੈ। ਕਾਨੀ ਕਾਲ ਸੁਣੈ ਬਿਖ ਬੈਣੀ, ਕਾਨੀ ਕੰਨਾਂ ਵਿੱਚ ਵੀ ਕਾਲ ਚਿੰਬੜ ਰਿਹਾ ਹੈ। ਜੋ ਕੰਨਾਂ ਦੁਆਰਾ ਵਿਸ਼ਿਆਂ ਵਾਲੀਆਂ ਬੈਣੀ ਬਚਨ ਗੱਲਾਂ ਨੂੰ ਸੁਣਨਾ ਹੈ, ਇਹ ਕੰਨਾਂ ਨੂੰ ਕਾਲ ਦਾ ਫਾਹਾ ਪਿਆ ਹੋਇਆ ਹੈ। ਬਿਨ ਸ਼ਬਦੈ ਮੂਠੇ ਦਿਨ ਰਹਿਣੀ, ਕਿ ਸਤਿਗੁਰੂ ਜੀ ਦੇ ਉਪਦੇਸ਼ ਦੀ ਕਮਾਈ ਤੋਂ ਬਿਨਾ ਜੀਵ ਦਿਨ ਰਾਤ ਲੁੱਟੇ ਜਾ ਰਹੇ ਹਨ। ਹਿਰਦੈ ਸਾਚ ਬਸੈ ਹਰਿ ਨਾਈ, ਜਿਨ੍ਹਾਂ ਦੇ ਹਿਰਦੇ ਵਿੱਚ, ਜਿਨ੍ਹਾਂ ਦੇ ਅੰਤਸਕਰਨ ਵਿੱਚ ਪਰਮੇਸ਼ਰ ਦਾ ਸੱਚਾ ਨਾਮ ਵਸ ਜਾਂਦਾ ਹੈ। ਪਰਮੇਸ਼ਰ ਦਾ ਨਾਮ ਜਪਣ ਵਾਲੇ, ਪਰਮੇਸ਼ਰ ਦਾ ਨਾਮ ਜਪਣ ਨਾਲ ਮਨ ਦੇ ਵਿੱਚ ਸਤ ਸਰੂਪ ਪਰਮਾਤਮਾ ਵਸ ਜਾਂਦਾ ਹੈ ਅਤੇ ਉਸ ਪਰਮਾਤਮਾ ਦੇ ਗੁਣਾਂ ਦੇ ਤਾਈਂ ਗਾਉਣ ਕਰਕੇ ਉਹਨਾਂ ਵੱਲ ਕਾਲ ਜੋਹੇ ਭਾਵ ਵੇਖ ਨਹੀਂ ਸਕਦਾ। ਕਾਲ ਨਾ ਜੋਹੈ ਸਕੈ, ਕਿ ਉਹਨਾਂ ਨੂੰ ਫਿਰ ਕਾਲ ਵੇਖ ਵੀ ਨਹੀਂ ਸਕਦਾ, ਤੱਕ ਵੀ ਨਹੀਂ ਸਕਦਾ। ਨਾਨਕ ਗੁਰਮੁਖ ਸ਼ਬਦ ਸਮਾਏ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਹੇ ਸਿੱਧੋ, ਇਉਂ ਗੁਰਮੁਖ ਅਧਿਕਾਰੀ ਬਣ ਕਰਕੇ ਗੁਰੂ ਜੀ ਦੇ ਸ਼ਬਦ, ਗੁਰੂ ਜੀ ਦੇ ਉਪਦੇਸ਼ ਦੇ ਵਿੱਚ, ਬ੍ਰਹਮ ਵਿੱਚ ਸਮਾਇਆ ਜਾਂਦਾ ਹੈ। ਨਾਨਕ ਗੁਰਮੁਖ ਸ਼ਬਦ ਸਮਾਏ। ਸਤਿਗੁਰੂ ਜੀ ਕਥਨ ਕਰਦੇ ਹਨ, ਕਹਿਣ ਲੱਗੇ ਸਿੱਧਾਂ ਨੂੰ, ਹੇ ਸਿੱਧੋ, ਇਉਂ ਗੁਰਮੁਖ ਅਧਿਕਾਰੀ ਬਣ ਕਰਕੇ ਗੁਰੂ ਜੀ ਦੇ ਸ਼ਬਦ, ਗੁਰੂ ਜੀ ਦੇ ਉਪਦੇਸ਼ ਦੇ ਵਿੱਚ ਸਮਾਇਆ ਜਾਂਦਾ ਹੈ। ਗੌੜੀ ਮਹੱਲਾ ਪਹਿਲਾ। ਬੋਲਹਿ ਸਾਚ ਮਿਥਿਆ ਨਹੀਂ ਰਾਈ, ਚਾਲਹਿ ਗੁਰਮੁਖ ਹੁਕਮ ਰਜਾਈ। ਰਹੇ ਅਤੀਤ ਸੱਚੇ ਸਰਣਾਈ, ਸੱਚ ਕਰ ਵੈਸੇ ਕਾਲ ਨਾ ਜੋ ਹੈ। ਮਨ ਮੁਖ ਕੋ ਆਵਤ ਜਾਵਤ ਦੁਖ ਪੋਹੈ ਰਹਾਉ। ਇਸ ਸ਼ਬਦ ਤੋਂ ਬਾਅਦ ਫੇਰ ਸਿੱਧ ਕਹਿਣ ਲੱਗੇ ਕਿ ਹੇ ਮਹਾਰਾਜ, ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਕਹਿਣ ਲੱਗੇ ਸਿੱਧ ਕਿ ਹੇ ਮਹਾਰਾਜ, ਫਿਰ ਕਾਲ ਤੋਂ ਬਚਿਆ ਕਿਵੇਂ ਜਾਂਦਾ ਹੈ? ਆਪ ਜੀ ਕਿਰਪਾ ਕਰਕੇ ਦੱਸੋ। ਤਾਂ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਸਿੱਧਾਂ ਨੂੰ ਕਾਲ ਤੋਂ ਬਚਣ ਬਾਰੇ ਗੁਰਬਾਣੀ ਦੁਆਰਾ ਸਮਝਾਉਣ ਲੱਗੇ। ਮਹਾਰਾਜ ਜੀ ਕਹਿਣ ਲੱਗੇ, ਬੋਲਹਿ ਸਾਚ ਮਿਥਿਆ ਨਹੀਂ ਰਾਈ। ਹੇ ਭਾਈ, ਸੱਚੇ ਨਾਮ ਨੂੰ ਹੀ ਹਰ ਸਮੇਂ ਬੋਲਣਾ ਕਰੋ। ਅਤੇ ਰਾਈ ਹੁੰਦਾ ਥੋੜ੍ਹਾ ਮਾਤਰ ਵੀ ਝੂਠ ਨਹੀਂ ਬੋਲਣਾ ਚਾਹੀਦਾ। ਬੋਲਹਿ ਸਾਚ ਮਿਥਿਆ ਨਹੀਂ ਰਾਈ, ਕਿ ਹੇ ਭਾਈ, ਸੱਚੇ ਨਾਮ ਨੂੰ ਹੀ ਹਰ ਸਮੇਂ ਬੋਲਣਾ ਕਰੋ। ਅਤੇ ਰਾਈ ਮਾਤਰ, ਥੋੜ੍ਹਾ ਮਾਤਰ ਵੀ ਝੂਠ ਨਹੀਂ ਬੋਲਣਾ ਚਾਹੀਦਾ। ਅਤੇ
ਚੱਲ ਹੈ ਗੁਰਮੁਖ ਹੁਕਮ ਰਜਾਈ, ਗੁਰਮੁਖ ਬਣ ਕੇ ਗੁਰਾਂ ਦੀ ਆਗਿਆ ਦੁਆਰਾ, ਗੁਰਾਂ ਦੇ ਹੁਕਮ ਦੁਆਰਾ ਪਰਮੇਸ਼ਰ ਦੀ ਰਜਾ ਵਿੱਚ ਚੱਲਣਾ ਕਰੋ। ਰਹੇ ਅਤੀਤ ਸੱਚੇ ਸਰਣਾਈ, ਪਰਮੇਸ਼ਰ ਦੀ ਸਰਨਾਈ ਸਰਨ ਵਿੱਚ ਆ ਕਰਕੇ ਅਤੀਤ ਹੁੰਦਾ ਅਸੰਗ ਰਹਿਣਾ ਕਰੋ। ਭਾਵ ਪਦਾਰਥ ਕਾਰ ਬਿਰਤੀ ਨਾ ਰੱਖੋ, ਬੈਰਾਗੀ ਅਤੇ ਅਤੀਤ ਤਿਆਗੀ ਬਿਰਤੀ ਰੱਖੋ। ਸੱਚ ਕਰ ਵੈਸੇ ਕਾਲ ਨਾ ਜੋ ਹੈ, ਜਦੋਂ ਸਤ ਸਰੂਪ ਵਾਹਿਗੁਰੂ ਦੇ ਘਰ ਵਿੱਚ ਚਿੱਤ ਦੀ ਬਿਰਤੀ ਦੇਹ ਦੇ ਅਭਿਮਾਨ ਤੋਂ ਪਰੇ ਹੋ ਕੇ ਅੰਤਰਮੁਖ ਹੋ ਕੇ ਬੈਠ ਜਾਂਦੇ ਹੋ, ਤਾਦ ਕਾਲ ਦੇਖ ਨਹੀਂ ਸਕਦਾ। ਜੇ ਘਰ ਮਹਾਰਾਜ ਜੀ ਕਹਿਣ ਲੱਗੇ ਸੱਚ ਕਰ ਵੈਸੇ ਕਾਲ ਨਾ ਜੋ ਹੈ, ਜਦੋਂ ਸਤ ਸਰੂਪ ਵਾਹਿਗੁਰੂ ਦੇ ਘਰ ਸਰੂਪ ਵਿੱਚ ਚਿੱਤ ਦੀ ਬਿਰਤੀ ਦੇਹ ਦੇ ਅਭਿਮਾਨ ਤੋਂ ਪਰੇ ਹੋ ਕੇ ਅੰਤਰਮੁਖ ਹੋ ਕੇ ਬੈਠ ਜਾਂਦੀ ਹੈ, ਤਦ ਕਾਲ ਦੇਖ ਵੀ ਨਹੀਂ ਸਕਦਾ। ਮਨਮੁਖ ਕੋ ਆਵਤ ਜਾਵਤ ਦੁੱਖ ਮੋਹ ਹੈ, ਕਿ ਮਨਮੁਖ ਸਾਖਤ ਪੁਰਸ਼ਾਂ ਨੂੰ ਸੰਸਾਰ ਵਿੱਚ ਜਨਮ ਧਾਰ ਕੇ ਆਵਤ ਆਉਣਾ ਤੇ ਮਰ ਕਰਕੇ ਜਾਵਤ ਜਾਣਾ, ਇਹ ਕਸ਼ਟ ਵਿੱਚ ਹੀ ਹਨ। ਇਹ ਅਗਿਆਨ ਰੂਪੀ ਦੁੱਖ ਨੇ ਇਹਨਾਂ ਨੂੰ ਮੂਰਛਾ ਕਰ ਲਿਆ ਹੈ। ਰਹਾਉ ਵਿਸ਼ਰਾਮ ਦੇ ਕੇ ਮਹਾਰਾਜ ਜੀ ਕਥਨ ਕਰਦੇ ਹਨ, ਅਪਿਓ ਪੀਓ ਅਕਥ ਕਥ ਰਹੀਐ, ਨਿਜ ਕਰ ਵੈਸ ਸਹਿਜ ਕਰ ਲਹੀਐ। ਹੇ ਭਾਈ, ਜੇਕਰ ਅੰਮ੍ਰਿਤ ਨਾਮ ਨੂੰ ਪੀਣਾ ਕਰੀਏ ਤਾਂ ਅਕਥ ਕਹਿਣ ਤੋਂ ਰਹਿਤ ਵਾਹਿਗੁਰੂ ਦੀ ਕਥਾ ਨੂੰ ਕਥਨ ਕਰਕੇ ਉਸ ਵਿੱਚ ਇਸਤਤ ਰਹਿਣਾ ਕਰੀਏ, ਟਿਕ ਕੇ ਰਹਿਣਾ ਕਰੀਏ। ਜੋ ਸ਼ਕਤੀ ਬਿਰਤੀ ਕਰਕੇ ਕਥਨ ਤੋਂ ਰਹਿਤ ਹੈ, ਉਸ ਨੂੰ ਲਖਣਾ ਬਿਰਤੀ ਦੁਆਰਾ ਕਥਨ ਕਰਕੇ ਉਸ ਵਿੱਚ ਇਸਤਤ ਹੋ ਕੇ ਰਹੀਏ। ਇਉਂ ਨਿਜ ਕਰ ਬੈਸ ਸਹਿਜ ਕਰ ਲਹੀਐ, ਇਉਂ ਨਿਜ ਆਪਣੇ ਤੁਰਿਆ ਪਦ ਰੂਪੀ ਘਰ ਵਿੱਚ ਬੈਠ ਕੇ ਗਿਆਨ ਸਰੂਪ ਰੂਪੀ ਘਰ ਨੂੰ ਜਾਣੀਦਾ ਹੈ। ਹਰ ਰਸ ਮਾਤੇ ਇਹੋ ਸੁਖ ਕਹੀਐ, ਜਿਹੜੇ ਹਰ ਰਸ ਹਰੀ ਪਰਮੇਸ਼ਰ ਦੇ ਪ੍ਰੇਮ ਵਿੱਚ ਮਾਤੇ ਮਸਤ ਹਨ, ਇਹ ਸੁਖ ਕਹੀਐ। ਇਹ ਅਦਵੈਤ ਆਨੰਦ ਸਰੂਪ ਉਹਨਾਂ ਨੂੰ ਹੀ ਪ੍ਰਾਪਤ ਹੋਣਾ ਕਹੀਦਾ ਹੈ, ਜਿਹੜੇ ਪਰਮੇਸ਼ਰ ਦੇ ਪ੍ਰੇਮ ਵਿੱਚ ਮਸਤ ਹਨ। ਗੁਰਮਤਿ ਚਾਲ ਨਿਹਚਲ ਨਹੀਂ ਡੋਲੈ, ਗੁਰਮਤਿ ਗੁਰਾਂ ਦੀ ਸਿੱਖਿਆ ਦੁਆਰਾ ਐਸੀ ਚਾਲ ਐਸੀ ਮਰਜ਼ਾਦਾ ਵਿੱਚ ਚੱਲ ਕੇ ਹਿਰਦਾ ਅਚਲ ਹੋ ਜਾਂਦਾ ਹੈ ਅਤੇ ਕਦੇ ਵੀ ਪਦਾਰਥਾਂ ਵਿੱਚ ਵਿਸ਼ਿਆਂ ਵਿੱਚ ਕਿ ਡੋਲਦਾ ਨਹੀਂ। ਗੁਰਮਤਿ ਸਾਚ ਸਹਿਜ ਹਰ ਬੋਲੈ, ਕਿ ਗੁਰਮਤਿ ਸਾਚ ਸਹਿਜ ਹਰ ਬੋਲੈ, ਕਿ ਗੁਰਮਤਿ ਗੁਰੂ ਦੀ ਸਿੱਖਿਆ ਦੁਆਰਾ ਸੱਚ ਸਰੂਪ ਹਰੀ ਪਰਮੇਸ਼ਰ ਦੇ ਨਾਮ ਨੂੰ ਸੁਭਾਵਕ ਹੀ ਬੋਲਣਾ ਕਰੇ, ਤਾਂ ਗੁਰਾਂ ਦੀ ਸਿੱਖਿਆ ਦੁਆਰਾ ਐਸੀ ਚਾਲ ਐਸੀ ਮਰਜ਼ਾਦਾ ਵਿੱਚ ਚੱਲ ਕੇ ਹਿਰਦਾ ਅਚਲ ਹੋ ਜਾਂਦਾ ਹੈ, ਡੋਲਣ ਤੋਂ ਰਹਿਤ ਹੋ ਜਾਂਦਾ ਹੈ ਅਤੇ ਕਦੇ ਵੀ ਪਦਾਰਥਾਂ ਵਿੱਚ ਡੋਲਦਾ ਨਹੀਂ। ਪੀਵੈ ਅੰਮ੍ਰਿਤ ਤਤ ਬਿਰੋਲੈ, ਕਿ ਤਤ ਸਾਰਾਸ ਕੇ ਸਿਧਾਂਤ ਦਾ ਮਥਨ ਕਰਕੇ ਅੰਮ੍ਰਿਤ ਮਿਰਤੂ ਤੋਂ ਰਹਿਤ ਕਰਨ ਵਾਲੇ ਪਰਮੇਸ਼ਰ ਦੇ ਨਾਮ ਨੂੰ ਜਾਪਣ ਰੂਪ ਪੀਣਾ ਕਰੇ, ਕਿ ਸਰੂਪ ਦੇ ਤਾਈ ਭਾਵ ਇਸ ਵਿੱਚੋਂ ਪਦਾਰਥ ਮਿਥਿਆ ਵਸਤੂ ਰੂਪੀ ਬੂਰ ਨੂੰ ਪਾਸੇ ਕਰਕੇ ਰਿੱਧੀਆਂ ਸਿੱਧੀਆਂ ਦੇ ਸੁੱਖਾਂ ਰੂਪੀ ਝੱਗ ਨੂੰ ਸਤ ਅਸਤ ਦਾ ਨਿਰਣਾ ਕਰ ਰੂਪੀ ਬਰੋਲ ਕੇ ਆਤਮਾਨੰਦ ਰੂਪੀ ਅੰਮ੍ਰਿਤ ਨੂੰ ਪੀਣਾ ਕਰੇ। ਸਤਿਗੁਰ ਦੇਖਿਆ ਦੀਖਿਆ ਕੀਨੀ, ਮਨ ਤਨ ਅਰਪਿਓ ਅੰਤਰਗਤ ਕੀਨੀ। ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ, ਹੇ ਸਿੱਧੋ, ਜਿਨ੍ਹਾਂ ਨੇ ਸਤਿਗੁਰ ਦੇਖਿਆ, ਜਿਨ੍ਹਾਂ ਨੇ ਸਤਿਗੁਰੂ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਨੂੰ ਦੇਖਿਆ ਹੈ, ਉਹਨਾਂ ਨੂੰ ਗੁਰੂ ਸਾਹਿਬ ਜੀ ਤੋਂ ਦੀਖਿਆ ਲੀਨੀ,
ਦੀਖਿਆ ਸਿੱਖਿਆ ਲੈਣਾ ਕੀਤੀ ਹੈ। ਅਸੀਂ ਸਤਿਗੁਰੂ ਅਕਾਲ ਪੁਰਖ ਦੇ ਸਰੂਪ ਨੂੰ ਸਾਖਿਆਤ ਕਰਕੇ ਦੇਖਣਾ ਕੀਤਾ ਹੈ। ਇਹ ਸਿੱਖਿਆ ਲੈਣਾ ਕੀਤੀ ਹੈ। ਜਦੋਂ ਮਹਾਰਾਜ ਜੀ ਨੂੰ ਹਿਰਦੇ ਤੇ ਸਰੀਰ ਅਰਪਣ ਭੇਟਾ ਕਰ ਦਿੱਤਾ, ਗੁਰੂ ਨਾਨਕ ਦੇਵ ਮਹਾਰਾਜ ਜੀ ਕਥਨ ਕਰਦੇ ਹਨ ਕਿ ਜਦੋਂ ਮਹਾਰਾਜ ਜੀ ਨੂੰ ਮਨ ਭਾਵ ਹਿਰਦਾ ਤੇ ਤਨ ਸਰੀਰ ਅਰਪਣ ਕਰ ਦਿੱਤਾ, ਭੇਟਾ ਕਰ ਦਿੱਤਾ, ਤਾਂ ਮਹਾਰਾਜ ਜੀ ਨੇ, ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ, ਸਾਡੀ ਅੰਦਰੋਂ ਹੀ ਕਲਿਆਣ ਕਰ ਦਿੱਤੀ ਕਿ ਹਿਰਦੇ ਵਿੱਚ ਜੋ ਪ੍ਰਾਪਤ ਰੂਪ ਹੈ ਉਸ ਦੀ ਪ੍ਰਾਪਤੀ ਕਰਾ ਦਿੱਤੀ। ਆਤਮ ਪ੍ਰਾਤਮਾ ਦਾ ਅੰਤਰ ਫਰਕ ਸੀ। ਇਹ ਗਤ ਇਹ ਨਾਸ ਕਰਕੇ ਏਕਤਾ ਕਰ ਦਿੱਤੀ। ਗਤ ਮਿਤ ਪਾਈ ਆਤਮ ਚੀਨੀ, ਗਤ ਪ੍ਰਾਪਤੀ ਰੂਪ ਜੋ ਬ੍ਰਹਮ ਹੈ ਉਸ ਦੀ ਮਰਜ਼ਾਦਾ ਪਾ ਲਈ ਹੈ ਅਤੇ ਆਪਣੇ ਆਪ ਨੂੰ ਬ੍ਰਹਮ ਰੂਪ ਆਤਮਾ ਰੂਪ ਕਰਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ, ਜਾਣ ਲਿਆ ਹੈ। ਭੋਜਨ ਨਾਮ ਨਿਰੰਜਨ ਸਾਰ, ਪਰਮ ਹੰਸ ਸੱਚ ਜੋਤ ਅਪਾਰ। ਨਿਰੰਜਨ ਮਾਇਆ ਕਾਲਖ ਤੋਂ ਰਹਿਤ ਪਰਮੇਸ਼ਰ ਦਾ ਨਾਮ ਹੀ ਸਭ ਤੋਂ ਸ੍ਰੇਸ਼ਟ ਭੋਜਨ ਹੈ। ਪਰਮ ਹੰਸ ਤਤ ਵੇਤੇ ਮਹਾਪੁਰਸ਼ ਜੋ ਸਤ ਅਸਤ ਦਾ ਵਿਵੇਚਨ ਕਰਨ ਵਾਲੇ ਹਨ, ਉਹਨਾਂ ਦੇ ਅੰਦਰ ਪਾਰਾਵਾਰ ਤੋਂ ਰਹਿਤ ਸੱਚੇ ਪਰਮੇਸ਼ਰ ਦੀ ਜੋਤ, ਸੱਚੇ ਪਰਮੇਸ਼ਰ ਦਾ ਪ੍ਰਕਾਸ਼ ਹੈ। ਜਹ ਦੇਖੋ ਤਹ ਏਕੰਕਾਰ। हे ਸਿੱਧੋ, ਜਿੱਥੇ ਵੀ ਦੇਖਦੇ ਹਾਂ ਉੱਥੇ ਹੀ ਏਕੰਕਾਰ ਅਦਵੈਤ ਸਰੂਪ ਬ੍ਰਹਮ ਹੀ ਪਾਸਰ ਰਿਹਾ ਹੈ। ਮਹਾਰਾਜ ਜੀ ਨੇ ਬੜੇ ਹੀ ਵਿਸਤਾਰ ਦੇ ਨਾਲ ਸਿੱਧਾਂ ਨੂੰ ਸਮਝਾਉਣਾ ਕੀਤਾ ਹੈ। ਕਹਿਣ ਲੱਗੇ, हे ਸਿੱਧੋ, ਜਿੱਥੇ ਵੀ ਦੇਖਦੇ ਹਾਂ ਉੱਥੇ ਹੀ ਏਕੰਕਾਰ ਅਦਵੈਤ ਸਰੂਪ ਬ੍ਰਹਮ ਹੀ ਪ੍ਰਾਪਤ ਹੁੰਦਾ ਹੈ। ਮਹਾਰਾਜ ਜੀ ਨੇ ਬੜੇ ਹੀ ਵਿਸਥਾਰ ਦੁਆਰਾ ਗੁਰਬਾਣੀ ਦੁਆਰਾ ਸਮਝਾਉਣਾ ਕੀਤਾ ਹੈ। ਸਿੱਧਾਂ ਦੇ ਨਾਲ ਗੋਸ਼ਟ ਹੋਈ, ਚਰਚਾ ਹੋਈ। ਸਿੱਧਾਂ ਨੂੰ ਇਸ ਦੇ ਵਿੱਚ ਬਾਣੀ ਦੇ ਵਿੱਚ ਸਮਝਾਉਣਾ ਕੀਤਾ ਹੈ।